हेलो दोस्तों, ਅੱਜ ਸਾਡੇ ਇਸ ਕਿਉਂ ਘੰਟੀ ਵੱਜੀ ਦੇ ਇਸ ਪਲੇਟਫਾਰਮ ਦੇ ਉੱਤੇ ਵਰਲਡ ਰਿਨਾਊਂਡ ਗੁਰਮਤਿ ਸੰਗੀਤ ਦੇ ਧਾਰਨੀ ਪ੍ਰੋਫੈਸਰ ਡਾਕਟਰ ਗੁਰਨਾਮ ਸਿੰਘ ਜੀ ਤਸ਼ਰੀਫ ਲਾਏ ਨੇ ਸਾਡੇ ਸਟੂਡੀਓ ਦੇ ਵਿੱਚ। ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਦਾ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵੈਲਕਮ ਟੂ ਆਰ ਸ਼ੋ ਡਾਕਟਰ ਸਾहब। ਇਟਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ का खालसा वाहिगुरु जी की फतेह। डॉक्टर साहब वेलकम। और ये बताइए ये सिलसिला माजरा शुरू कैसे हुआ? जर्नी की शुरुआत बनती है कि आप इस मुकाम पे आज पहुंच गए हैं जहाँ पूरा वर्ल्ड आपको जानता है, इंटरनेशनली अक्लेम्ड रिनाउंड आप गुरमत संगीत के माहिर हैं। तो कैसे, हाउ डिड यू गेट इनटू दिस डॉक्टर? जर्नी तो ऐसे शुरू हुई कि संगीत का खानदान में जन्म हुआ। अच्छा। तो ब्लेस्ड है कि हमारे जो बुजुर्ग थे हमारे वो कीर्तनीय थे। अच्छा। सिख कीर्तनी जी जी। और श्रोमणी रागी भाई उत्तम सिंह जी वो हमारे बुजुर्ग हैं जी। और मेरे बड़े भाई हैं श्रोमणी रागी डॉक्टर जागीर सिंह साहब, वो भी राष्ट्रपति अवार्डी हैं। अच्छा। तो और मेरे दूसरे बड़े भाई हैं डॉक्टर बचित्र सिंह साहब। तो सभी हमारा जो खानदान है वो मौसीकी और संगीत का खानदान है। और बेसिकली हम कीर्तनकार, जो हमारा घराना है कीर्तनकारों का घराना है, और वहीं से इनायत हुआ म्यूजिक मुझे, उन्होंने बख्शिश की। और इससे पिताजी मेरे पिताजी कीर्तनी ऐसी ਉਹਨਾਂ ਤੋਂ ਪਹਿਲਾਂ ਵੀ ਆਪਣੇ ਘਰ 'ਚ ਕੀਰਤਨ ਹੋਣ। हाँ, साढ़े घर च कीर्तन गुरबाणी ये सारा शुरू ਤੋਂ ਚੱਲਦਾ ਆ ਰਿਹਾ ਸੀ। ਔਰ ਪਿਤਾ ਜੀ ਨੇ ਪਹਿਲਾਂ ਪਿਤਾ ਜੀ ਨੂੰ ਸ਼ੌਕ ਸੀ ਮੌਸੀਕੀ ਦਾ, ਔਰ ਉਹਨਾਂ ਨੇ ਇਸ ਨੂੰ ਬਕਾਇਦਾ ਸਿੱਖਿਆ ਵੀ ਔਰ ਸਾਨੂੰ ਸਿਖਾਇਆ ਵੀ। ਔਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਕੀਰਤਨਕਾਰ ਦੇ ਤੌਰ ਤੇ ਜਿਹੜਾ ਸੇਵਾ ਕੀਤੀ। ਤੁਹਾਨੂੰ ਪਤਾ ਹੋਵੇਗਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਹੈ ਸਰਹੰਦ ਜਿੱਥੇ ਛੋਟੇ ਸਾਹਿਬਜ਼ਾਦੇ, ਤਾਂ ਉੱਥੇ ਉਹਨਾਂ ਨੇ ਸੇਵਾ ਕੀਤੀ। ਔਰ ਉਹਨਾਂ ਤੋਂ ਹੀ ਸਾਨੂੰ ਇਹ ਸੰਗੀਤ ਕੀਰਤਨ ਦੀ ਜਿਹੜੀ ਹੈ ਬਖਸ਼ਿਸ਼ ਹੋਈ। ਔਰ ਇਸ ਨਾਲ ਪਿਤਾ ਜੀ ਤੋਂ ਤੇ ਵੱਡੇ ਭਰਾਵਾਂ ਤੋਂ ਇਲਾਵਾ ਹੋਰ ਕਿਹਨਾਂ ਤੋਂ ਤੁਸੀਂ ਸੰਗੀਤ ਸਿੱਖਿਆ? ਇਹਨਾਂ ਤੋਂ ਇਲਾਵਾ ਮੈਨੂੰ ਕਿਉਂਕਿ ਘਰ ਦੇ ਵਿੱਚ ਕੀਰਤਨ ਦੀ ਤਾਲੀਮ ਤਾਂ ਸੀ, ਸੰਗੀਤ ਦੀ ਤਾਲੀਮ ਸੀ। ਔਰ ਮੇਰੇ ਗੁਰੂਦੇਵ ਗੁਰਮਤਿ ਸੰਗੀਤ ਆਚਾਰੀਆ ਪ੍ਰੋਫੈਸਰ ਤਾਰਾ ਸਿੰਘ ਜੀ, ਉਹਨਾਂ ਕੋਲ ਮੈਂ 1977 ਦੇ ਵਿੱਚ ਉਹਨਾਂ ਕੋਲ ਮੈਂ ਗਿਆ। ਔਰ ਜੋ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਵਿੱਚ ਮਿਊਜ਼ਿਕ ਸਬਜੈਕਟ ਦੇ ਤੌਰ ਤੇ ਮੈਂ ਪੜ੍ਹਨਾ ਚਾਹੁੰਦਾ ਸੀ। ਔਰ ਉਹਨਾਂ ਦੇ ਕੋਲ ਜਦੋਂ ਮੈਂ ਗਿਆ ਤੇ ਉਹਨਾਂ ਨੇ ਮੈਨੂੰ ਇੰਡੀਅਨ ਮਿਊਜ਼ਿਕ ਔਰ ਇਹਦੇ ਨਾਲ ਨਾਲ ਗੁਰਮਤਿ ਸੰਗੀਤ ਦੋਹਾਂ ਦੀ ਤਾਲੀਮ ਦਿੱਤੀ। ਉਹਨਾਂ ਨੇ ਐਕਚੁਅਲੀ ਉਹਨਾਂ ਦਾ ਇੰਟਰਸਟ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਰਾਗ ਨੇ ਉਹਨਾਂ ਨੂੰ ਨਿਰਧਾਰਿਤ ਰਾਗਾਂ ਦੇ ਵਿੱਚ ਉਸ ਦਾ ਗਾਇਨ ਕੀਤਾ ਜਾਵੇ ਔਰ ਗੁਰਮਤਿ ਸੰਗੀਤ ਨੂੰ ਇੱਕ ਨਵੀਂ ਸੰਗੀਤ ਪਰੰਪਰਾ ਪੱਧਤੀ ਦੇ ਤੌਰ ਤੇ ਉਜਾਗਰ ਕੀਤਾ ਜਾਵੇ। ਫਿਰ ਮੈਂ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ ਜੀ ਆਗਰਾ ਘਰਾਣਾ ਦੇ ਨੇ, ਉਹ ਬਹੁਤ ਸਾਡੇ ਉਹਨਾਂ ਦੇ ਨਾਲ ਮੇਰਾ ਬੜਾ ਦੋਸਤਾਨਾ ਵੀ ਰਿਹਾ ਔਰ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਸਿੱਖਣ ਦਾ ਸੁਭਾਗ ਵੀ ਮਿਲਿਆ। ਪ੍ਰਿੰਸੀਪਲ ਸ਼ਮਸ਼ੇਰ ਸਿੰਘ ਜੀ ਕਰੀਰ ਕੌਮ ਦੀ ਸਿੱਖਿਆ ਆਗਰਾ ਘਰਾਣਾ ਦੇ। ਇੱਕ ਹੋਰ ਉਸਤਾਦ ਫਿਆਜ਼ ਖਾਨ ਸਾਹਿਬ ਦੇ ਸ਼ਿਸ਼ ਸੀਗੇ ਸ਼੍ਰੀ CM ਧਵਨ ਸਾਹਿਬ, ਉਹ ਉਹਨਾਂ ਦੇ ਕੋਲ ਵੀ ਬਸ ਜਿੱਥੋਂ ਜੋ ਮਿਲਿਆ ਪ੍ਰਸ਼ਾਦ ਉਹਨਾਂ ਦੇ ਕੋਲੋਂ ਉਹਨਾਂ ਦੇ ਚਰਨਾਂ 'ਚ ਬੈਠ ਕੇ ਲੈਂਦੇ ਰਹੇ। ਔਰ ਵੱਖ-ਵੱਖ ਘਰਾਣੇ ਦੀ ਜਿਹੜੀ ਤਾਲੀਮ ਹੈ ਉਹ ਤੇ ਹੁੰਦੀ ਰਹੀ, ਪਰ ਕਿਉਂਕਿ ਮੇਰਾ ਇੰਟਰਸਟ ਜ਼ਿਆਦਾ ਕਲਾਸਿਕਲ ਮਿਊਜ਼ਿਕ ਔਰ ਲਾਈਟ ਮਿਊਜ਼ਿਕ ਔਰ ਗੁਰਮਤਿ ਸੰਗੀਤ ਵਿੱਚ ਸੀ। ਸੋ ਜਿੱਥੋਂ ਜੋ ਸੰਗੀਤ ਦਾ ਪ੍ਰਸ਼ਾਦ ਮਿਲਿਆ ਇਹ ਘੱਟ ਹੁੰਦਾ ਹੈਗਾ ਕਿ ਜੇ ਆਪਣੇ ਘਰ 'ਚ ਸੰਗੀਤ ਹੋਵੇ ਤੇ ਬੰਦਾ ਬਾਹਰ ਜਾਂਦਾ ਹੀ ਨਹੀਂ ਹੈਗਾ। ਮਤਲਬ ਉਹ ਅੱਖਾਂ ਖੋਲ੍ਹਦੇ ਨਹੀਂ ਕਿ ਵੀ ਬਾਹਰ ਦੀ ਦੁਨੀਆ 'ਚ ਕੀ ਹੋ ਰਿਹਾ ਜਾਂ ਬਾਹਰ ਕੌਣ ਕੀ ਚੀਜ਼ ਕਰ ਰਿਹਾ। ਉਹ ਇੱਕ ਦੀਵਾਰ ਹੀ ਬਣਾ ਕੇ ਖੜੀ ਹੋ ਜਾਂਦੇ, ਮਤਲਬ ਖੜਾ ਕਰ ਦਿੰਦੇ ਕਿ ਨਹੀਂ ਯਾਰ ਠੀਕ ਹੈ, ਜੋ ਜਿਹੜਾ ਬਾਹਰਲਾ ਕਰਦਾ ਜੋ ਹੋ ਰਿਹਾ ਹੈ ਮੇਰਾ ਹੈ ਉਹ ਵਧੀਆ ਹੈ। ਪਰ ਇਹ ਤੁਹਾਡੇ ਇਹ ਬਹੁਤ ਹੀ ਵਧੀਆ ਮੈਨੂੰ ਗੱਲ ਲੱਗੀ ਕਿ ਬਈ ਤੁਸੀਂ ਆਪਣੇ ਘਰ ਦੇ ਇਲਾਵਾ ਵੀ ਬਾਹਰ ਦੀ ਦੁਨੀਆ ਦੇ ਇਸ ਸੰਗੀਤ ਦੇ ਬਾਰੇ ਜਾਂ ਸੰਗੀਤ ਦੇ ਜਾਣਕਾਰਾਂ ਬਾਰੇ ਉਹਨਾਂ ਦੇ ਨਾਲ ਸਾਡੇ ਮੇਰੇ ਪੇਰੈਂਟਸ ਨੇ ਭੇਜਿਆ ਕਿ ਕਿਉਂਕਿ ਸੰਗੀਤ ਦਾ ਤਾਂ ਖਾਸ ਸਮੁੰਦਰ ਹੈ ਔਰ ਜਿੰਨਾ ਵੀ ਅਸੀਂ ਔਰ ਸਾਡੇ ਕੋਲ ਗੁਰਮਤਿ ਸੰਗੀਤ ਕੀਰਤਨ ਸੀ ਜੀ। ਔਰ ਅਸੀਂ ਚਾਹੁੰਦੇ ਸੀ ਕਿ ਇੰਡੀਅਨ ਕਲਾਸਿਕਲ ਮਿਊਜ਼ਿਕ ਔਰ ਦੂਸਰੀਆਂ ਜਿਹੜੀਆਂ ਟ੍ਰੈਡੀਸ਼ਨਸ ਨੇ ਉਹਨਾਂ ਨਾਲ ਵੀ। ਔਰ ਇੱਕ ਜੇ ਤੁਸੀਂ ਐਜ਼ ਐਨ ਜੇ ਤੁਸੀਂ ਸਬਜੈਕਟ ਦੇ ਤੌਰ ਤੇ ਇਸ ਨੂੰ ਟੀਚ करना या सीखना है तो फिर तो ਤੁਹਾਨੂੰ ਬਾਹਰ ਜਾਣਾ ਹੀ पड़ेगा। डॉक्टर साहब ये बताएं कि ये जो गुरमत संगीत है ये कई सारी इंडिया की जो प्रदेश है उनसे एक क्या कहते हैं जैसे संगम, एक बहुत अच्छा संगम है। तो
कुछ मैंने सुना कि आंध्रा से भी लिया हुआ है, कुछ बिहार से भी लिया हुआ है। उसके बारे में बताइए कि किस प्रकार से सुरिंदर संगम कैसे बना। हाँ, ऐसे है कि ये जो हमारे जो गुरमत संगीत है ये पंजाब की संगीत परंपरा के कैनवस से निकला है। उद्गम वहां से हुआ Correct. है। तो गुरु नानक देव जी इसके फाउंडर हैं। गुरुज म्यूजिक कैसे गुरुओं का म्यूजिक है, ओरिजिनेटेड एंड डेवलप्ड बाय से गुरुज है। तो वहां से जो ये म्यूजिक निकला, तो पंजाब का जो म्यूजिक है वो हिंदुस्तानी म्यूजिक का, जो हिंदुस्तानी संगीत पद्धति है उत्तर भारत की है, नॉर्दर्न इंडियन म्यूजिक जो है उसका हिस्सा है। तो हमारे यहाँ क्लासिकल म्यूजिक भी है, सूफी म्यूजिक भी है, पंजाबी लोक संगीत भी है, और उसमें एक जो स्ट्रीम है हमारी गुरमत संगीत की हमारी स्ट्रीम है, जो सिख गुरुओं ने डेवलप की, और शब्द कीर्तन उसकी मेन स्ट्रीम है। शब्द जो उनका जो स्पिरिचुअल मैसेज था उसको उसका कम्युनिकेशन के लिए उन्होंने ये जो हमारा गुरमत संगीत है वो डेवलप किया। और केवल वो गाने का नहीं था, उसमें उन्होंने उसको खास रागों में नोटेशन भी खास रागों में निबद्ध किया, और उसका खास सिंगिंग जो स्टाइल है, गाने का जो गायन का रूप वो भी हमें दिया। और फिर उस डिफरेंट सिंबल साइंस के साथ सिंबल साइन लगा के उन्होंने जो जितनी भी हमारे वो कहाँ से मिलता है हमें, वो श्री गुरु ग्रंथ साहब से मिलता है। श्री गुरु ग्रंथ साहब को जब कंपाइल किया गुरु अर्जन देव जी ने, तो उसमें हमारे गुरु साहबान की वाणी भी है, और उसके अलावा शेख फरीद जी, जयदेव जी जिन्होंने गीत गोविंद लिखा उनकी वाणी भी है, नामदेव, कबीर जी, नामदेव जी, रविदास जी, पीपा जी, अन्ना जी, ये सभी संतों महापुरुषों की जो वाणी है उसको उन्होंने सुर संगम बन गया। बहुत अच्छा। तो एक तो शब्द वो भी डिवाइन उनका वर्ड्स था, शब्द इसमें है, और साथ में सभी ये म्यूजिकल है। एक कंपोजिशन के तौर पर उन्होंने इसको कंपाइल किया, जो बेस्ट पॉसिबल नोटेशन हो सकता है उस समय का, कि उन्होंने टाइटल में ये दिया, और उससे क्या हुआ कि उसका एक म्यूजिकोलॉजिकल स्ट्रक्चर बन जाता है। और गुरु ग्रंथ साहब में ये सारा हमें मिलता है, हम लोग तो उसको देखते नहीं। और मैं आपको भी रिक्वेस्ट करूंगा, आप देखिए गुरु ग्रंथ साहब को, उसमें कहाँ कहाँ पे गुरुओं की वाणी है, और साथ में वो कैसा उन्होंने उसका कंपाइलेशन किया है। और उसमें क्या है कि जो राग हैं वो इंडियन म्यूजिक के राग तो हैं ही, इसके साथ साथ जो पंजाब के लोक संगीत से ओरिजिनेट हुए राग हैं वो भी हैं, जैसे आसा है, माज है, वडहंस है, ऐसे जो हमारे राग है ना। साउथ इंडियन म्यूजिक के कुछ राग भी गुरु नानक देव जी ने गौड़ी, दखनी, गौड़ी, वडहंस, मारू, रामकली, प्रभाती, ये ऐसे कुछ राग हैं। 6 राग हैं जो सदर्न इंडियन म्यूजिक उसके साथ या गौड़ दखनी लिखा हुआ है उनके साथ, तो वो राग बढ़ते हैं। तो मैं ये भी बताना चाहता हूँ कि ये राग ऐसे ही नहीं ऐसे लिख दिए, वो गए वहां गुरु नानक देव जी ने उदासी की, और ओंकेश्वर का जो मंदिर है वहां जाके उन्होंने रामकली दखनी में ओंकार बाणी उचारी, वहां जाके उनसे बात की, और फिर बोला उन्होंने कि सुन पांडे क्या लिखो जंजाला, लिख राम नाम गुरमुख को पाला। तो ऐसे उन्होंने अपनी वाणी को अलग अलग रागों में अंकित किया, और उसका एक खास म्यूजिकल स्ट्रक्चर बना के हमें दिया शब्द कीर्तन करने के लिए, जिसको हम गुरमत संगीत बोलते हैं। 31 ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਜਿੱਦਾਂ ਕਿ ਦੱਸਿਆ ਜਾਂਦਾ ਹੈਗਾ। ਉਹਦੇ ਵਿੱਚ ਕਿੰਨੇ ਰਾਗ ਨੇ ਜਿਹੜੇ ਕਿ ਹਿੰਦੁਸਤਾਨੀ ਰਾਗ ਪੱਧਤੀ ਤੋਂ ਇਲਾਵਾ ਹੈਗੇ, ਕਿਹੜੇ ਕਿਹੜੇ ਰਾਗ ਨੇ ਤੇ ਉਹ ਕਿਉਂ ਨੇ? हाँ, राग इस तरह ने कि हिंदुस्तानी म्यूजिक ਦੇ ਵਿੱਚ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ 1850 ਦੇ ਨੇੜੇ ਤੇੜੇ ਇਹ ਥਾਟ ਪ੍ਰਵਰਤਨ ਹੋਇਆ। नहीं वो तो जल्दी ਜਦੋਂ ਹੁਣ ਸ਼ੁਰੂ ਹੋਇਆ ਇਹ ਬਹੁਤ ਲੇਟੈਸਟ ਗੱਲ ਹੈ। ਮੈਂ ਥੋੜਾ ਪਿੱਛੇ ਜਾਣਾ ਚਾਹੁੰਦਾ ਕਿ ਪਹਿਲਾ ਸ਼ੁੱਧ ਥਾਟ ਕਾਫੀ ਮੰਨਿਆ ਜਾਂਦਾ ਸੀ ਅੱਛਾ ਇੰਡੀਅਨ ਮਿਊਜ਼ਿਕ ਦੇ ਵਿੱਚ। ਫਿਰ ਉਸ ਤੋਂ ਬਾਅਦ ਬਿਲਾਵਲ ਥਾਟ ਹੋ ਗਿਆ। ਔਰ ਇੰਡੀਅਨ ਮਿਊਜ਼ਿਕ ਦੇ ਵਿੱਚ ਵੀ ਜਿਹੜੇ ਰਾਗਾਂ ਦੀ ਟ੍ਰੈਡੀਸ਼ਨ ਚੱਲੀ ਆਉਂਦੀ ਸੀ, ਉਹਦੇ ਵਿੱਚ ਸਾਡੇ ਕੀਰਤਨੀਆਂ ਵਿੱਚ ਵੀ ਰਾਗਾਂ ਦੀ ਟ੍ਰੈਡੀਸ਼ਨ ਚੱਲੀ ਆਉਂਦੀ ਸੀ। ਔਰ ਕੀਰਤਨੀਏ ਇਸ ਜੋ ਸੰਗੀਤ ਦਾ ਸ਼ਾਸਤਰ ਹੈ ਉਹ ਉਹਨਾਂ ਦੀ ਪ੍ਰਾਇੋਰਟੀ ਨਹੀਂ ਸੀ, ਉਹਨਾਂ ਨੇ ਤਾਂ ਸ਼ਬਦ ਕੀਰਤਨ ਕਰਨਾ ਸੀ। ਔਰ ਇੰਡੀਅਨ ਮਿਊਜ਼ਿਕ ਦੇ ਵਿੱਚ ਵੀ ਜਦੋਂ ਇਹ ਸ਼ਾਸਤਰ ਦਾ ਔਰ ਥਾਟ ਪੱਧਤੀ ਦਾ ਜੋ ਸਿਲਸਿਲਾ ਅੱਗੇ ਹੋਇਆ, ਤਾਂ ਸਿੱਖ ਕੀਰਤਨਕਾਰਾਂ ਨੇ ਆਪਣੇ ਓਰੀਜਨਲ ਰਾਗ ਕਾਇਮ ਰੱਖੇ, ਉਹਨਾਂ ਦੀ ਓਰੀਜਨੈਲਿਟੀ ਕਾਇਮ ਰਹੀ, ਸੀਨਾ ਬਸੀਨਾ ਉਸੇ ਤਰ੍ਹਾਂ ਹੀ ਚੱਲਦੇ ਰਹੇ। ਠੀਕ ਹੈ। ਔਰ ਇਹਨਾਂ ਵਿੱਚ ਬਹੁਤ ਸਾਰੇ ਐਸੇ ਰਾਗ ਹੈ ਜਿਹੜੇ ਸਿੱਖ ਕੀਰਤਨਕਾਰ ਹੀ ਗਾਉਂਦੇ ਸੀ, ਔਰ ਇੰਡੀਅਨ ਮਿਊਜ਼ਿਕ ਵਿੱਚ ਤਾਂ ਹੈ ਨਹੀਂ। ਔਰ ਇੰਡੀਅਨ ਮਿਊਜ਼ਿਕ ਦੇ ਵਿੱਚ ਅਗਰ ਆਪ ਦੇਖੀਏ ਤਾਂ ਇੰਡੀਅਨ ਮਿਊਜ਼ਿਕ ਉਹੀ ਰਾਗ ਜਿਉਂਦੇ ਨੇ, ਉਹੀ ਰਾਗ ਨੇ ਜਿਹੜੇ
ਜਿਨ੍ਹਾਂ ਨੂੰ ਆਮ ਕਰਕੇ ਜਿਨ੍ਹਾਂ ਵਿੱਚ ਅਸੀਂ ਪਰਫਾਰਮ ਕਰਦੇ ਹਾਂ। ਜੀ ਜੀ ਠੀਕ ਹੈ, ਬਾਕੀ ਰਾਗ ਤੇ ਸਾਇਲੈਂਟ ਨੇ ਔਰ ਕਦੇ ਕਦੇ ਕੋਈ ਗ੍ਰੇਵ ਰਾਗ ਦੇ ਤੌਰ ਤੇ ਗਾਉਂਦਾ ਹੈ। ਇਸੇ ਤਰ੍ਹਾਂ ਹੀ ਇੱਧਰ ਜਿਹੜੇ ਰਾਗ ਨੇ ਗੁਰਮਤਿ ਸੰਗੀਤ ਦੇ, ਇਹਨਾਂ ਰਾਗਾਂ ਵਿੱਚ ਕੋਈ ਸ਼ਬਦ ਕੀਰਤਨ ਕਰਨਾ ਹੁੰਦਾ ਔਰ ਇਹਦੇ ਵਿੱਚ ਜ਼ਿਆਦਾ ਜਿਹੜਾ ਹੈ ਰੋਜ਼ ਕੀਰਤਨ ਰੋਜ਼ ਹੋਣਾ ਕੀਰਤਨ, ਹੈ, ਬਿਲਕੁਲ। ਰੋਜ਼ ਪਰਫਾਰਮ ਕਰਨਾ, ਤਾਂ ਇਹ ਥੋੜਾ ਜ਼ਿਆਦਾ ਵਾਈਬ੍ਰੈਂਟ ਰਹੇ ਔਰ ਉਹਨਾਂ ਦੀ ਸਟ੍ਰੀਮ ਚੱਲਦੀ ਰਹੀ। ਜੀ। ਤਾਂ ਇਹ ਜਿਹੜੇ ਰਾਗ ਨੇ ਜਿਹੜੇ ਪੰਜਾਬ ਦੇ ਗੁਰੂ ਸਾਹਿਬ ਨੇ ਪੰਜਾਬ ਦੇ 뮤직 ਦੇ ਕੈਨਵਸ ਤੋਂ ਜਿਹੜੇ ਲਏ ਜੀ ਜਾਂ ਉੱਥੋਂ ਜਿਹੜੇ ਉਹਨਾਂ ਨੇ ਇਸਤੇਮਾਲ ਕੀਤੇ। ਫॉर ਐਗਜ਼ਾਮਪਲ ਸਿਰੀ ਹੈ ਜੀ ਜਿਹੜਾ ਅਗਰ ਅਸੀਂ ਦੇਖਦੇ ਹਾਂ ਹਿੰਦੁਸਤਾਨੀ ਰਾਗਾਂ ਸੰਗੀਤ ਦੇ ਦੇ ਸੀਰੀਟ ਨੂੰ ਵਿੱਚ, ਦੇਖਦੇ ਹਾਂ, ਬਿਲਕੁਲ। ਪਹਿਲਾ ਰਾਗ ਸਿਰੀ ਹੈ, ਜੀ। ਫਿਰ ਉਸ ਤੋਂ ਬਾਅਦ ਮਾਝ ਆ ਜਾਂਦਾ, ਫਿਰ ਗੌੜੀ ਹੈ। ਤਾਂ ਸਿਰੀ ਰਾਗ ਜਿਹੜਾ ਇੰਡੀਅਨ 뮤직 ਦੇ ਵਿੱਚ ਵੀ ਹੈ, ਰਾਗਾਂ ਵੀ ਵਿੱਚ ਹੈ, ਸਿਰੀ ਤਾਂ ਰਾਗ। ਸਿਰੀ ਰਾਗਾਂ ਵਿੱਚ ਸਿਰੀ ਰਾਗ ਹੈ। ਜੀ ਜੀ ਠੀਕ ਹੈ, ਉਸ ਤੋਂ ਬਾਅਦ ਮਾਝ ਰਾਗ ਜਿਹੜਾ ਉਹ ਮਾਝੇ ਮਾਝੇ ਦੇ ਦਾ, ਲੋਕ okay। संगीत तो ठीक आप है। देख रहे हैं और वो पंजाब में जैसे अलग हाँ, अलग लेकिन हम डिस्ट्रिक्ट district wise चल रहा है। उससे वो रिलेटेड है राग जहाँ जी श्री हरमंदिर साहब है जी। अमृतसर में, तो उस इलाके को माझा बोलते हैं, तो वहां से माझ राग। माझ राग। थर्ड गौड़ी राग है, हम्म। तो गौड़ी राग इधर गौड़ी इधर पंजाब ਵਿੱਚ ਹੈ, ਇੰਡੀਅਨ 뮤직 ਦੇ ਵਿੱਚ ਵੀ। ਔਰ ਇੱਧਰ ਫਿਰ ਗੌੜੀ ਦੇ ਬਹੁਤ ਸਾਰੇ ਐਸੇ ਪ੍ਰਕਾਰ ਨੇ, ਗੌੜੀ ਦੇ ਡਿਫਰੈਂਟ ਫਾਰਮਸ ਨੇ। ਗੁਰੂ ਗ੍ਰੰਥ ਸਾਹਿਬ ਦੇ ਜੀ। ਗੌੜੀ ਗੁਆਰੇਲੀ ਹੈ, ਗੌੜੀ ਗੌੜੀ ਦੱਖਣੀ ਤਾਂ ਪਹਿਲਾਂ ਦੱਸੇ ਤੁਹਾਨੂੰ, ਗੌੜੀ ਮਾਲਾ, ਗੌੜੀ ਮਾਝ, ਗੌੜੀ ਮਾਲਵਾ, ਗੌੜੀ ਪੂਰਬੀ ਦੀਪਕੀ। वाह ਇਹ ਸਾਰੇ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਰਾਗ ਦੇ ਅੰਤਰਗਤ ਜਿਹੜੇ ਨੇ ਉਹ ਸਾਰੇ ਦਿੱਤੇ ਨੇ। ਔਰ ਇਹਦੇ ਇੱਥੇ ਹੀ ਨਹੀਂ, ਇਹਨਾਂ ਦੇ ਗੌੜੀ ਵੀ, ਸੋਰਠ ਵੀ, ਐਸੇ ਵੀ ਜਿਹੜੇ ਡਿਫਰੈਂਟ ਕੰਬੀਨੇਸ਼ਨਸ ਆਫ ਰਾਗਾਸ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਸਾਰੇ ਅੰਕਿਤ ਕੀਤੇ। ਸ਼੍ਰੀ ਮਾਝ ਗੌੜੀ ਆਸਾ, ਹੁਣ ਆਸਾ ਦੇ ਵਿੱਚ ਆਸਾ ਦੀ ਵਾਰ ਹੈ, ਉਸ ਦੇ ਉੱਪਰ ਉਹਨਾਂ ਨੇ ਦੇਖੋ ਰਾਗਾਂ ਦੇ ਅਗਰ ਅਸੀਂ ਸੋਰਸ ਦੇਖਣੇ ਨੇ ਤਾਂ ਸਾਨੂੰ ਉਹਦੇ ਲਈ ਗੁਰਮਤਿ ਸੰਗੀਤ ਔਰ ਜਿਹੜਾ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਜਿਹੜੇ ਸੋਰਸਸ ਨੇ ਉਹ ਦੇਖਣੇ ਹੋਣਗੇ। ਜੀ ਫॉर ਐਗਜ਼ਾਮਪਲ ਆਸਾ ਦਾ ਅਸੀਂ ਸੋਰਸ ਦੇਖਣਾ। ਆਸਾ ਫੋਕ 뮤직 ਤੋਂ ਡਿਵੈਲਪ ਹੋਇਆ ਰਾਗ ਹੈ, ਠੀਕ ਹੈ। ਉਹਨੇ ਅਸ ਰਾਜੇ ਕੀ ਧੁਨੀ आशा राजस्थान अस में देश। मान देना ਨਹੀਂ ਮਾਣ ਨਾਲ ਮਿਲਦਾ, ਪਰ ਮਾਣ ਤੋਂ ਬਿਲਕੁਲ ਅਲੱਗ ਹੈ ਅਲੱਗ ਸੁਰ ਹੈ, ਨੇ। ਪਰ ਇਹ ਅਸ ਟੁੰਡੇ ਅਸ ਰਾਜੇ ਕੀ ਧੁਨੀ। ਧੁਨੀ ਹਾਂਜੀ। ਔਰ ਉਹਦਾ ਸੋਰਸ ਦੱਸ ਦਿੱਤਾ ਗੁਰੂ ਸਾਹਿਬ ਨੇ ਕਿ ਇਹਦਾ ਇਹ ਸੋਰਸ ਹੈ, ਠੀਕ ਹੈ। ਵਾਹ। ਅਗਰ ਸੋਰਠ ਦੀ ਗੱਲ ਕਰੀਏ ਤਾਂ ਸੌਰਾਸ਼ਟਰ ਦੇਸ਼ ਦਾ ਸੋਰਠ ਰਾਗ ਹੈ, ਵਾਹ। ਔਰ ਪ੍ਰਾਤਨ ਜਨਮ ਸਾਖੀ ਚ ਉਸ ਦਾ ਹਵਾਲਾ ਮਿਲਦਾ ਹੈ। ਹੂੰ। ਬੜਾ ਅੱਛਾ ਹਵਾਲਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਰਦਾਨਾ ਜੀ ਨਾਲ ਜਾ ਰਹੇ ਸੀ ਤੇ ਉਹ ਮਰਦਾਨੇ ਨੂੰ ਕਿਆ? ਕਹਿੰਦੇ ਕਿ ਇਹ ਮਰਦਾਨਾ ਇਹ ਸੌਰਾਸ਼ਟਰ ਦੇਸ਼ ਹੈ। ਕਿਆ? ਕਹਿੰਦਾ ਇਹ ਕੀ ਹੈ? ਕਹਿੰਦਾ ਤੇਰੇ ਸੋਰਠ ਵਾਲਾ। हाँ ਕਹਿੰਦਾ ਇਹ ਸੋਰਠ ਵਾਲਾ, ਸੋਰਠ ਕੀ ਬਾਬਾ ਕੀ ਇਹਦੇ ਅਰਥ? ਕਹਿੰਦੇ ਇਹ ਉਹੀ ਇਸ ਸੋਰਠ ਦੀ ਧਰਤੀ ਹੈ। ਉਹ ਕਹਿੰਦੇ ਇਹ ਉਹੀ ਸੋਰਠ ਹੈ ਜਿਹੜਾ ਬੀਜਾ ਸੋਰਠ ਵਾਲਾ, ਬੀਜਾ सोरठ गावी है। भाई गुरदास जी ने भी जिक्र किया है उसका। बीजा सोरठ की एक हमारे वहाँ यहाँ फोक टेल है, लोक गाथा है। तो कहती है वही है वो जो बीजा सोरठ वाला है। हाँ कहना ਧੰਨ ਬਾਬਾ ਕਹਿੰਦਾ ਤੁਸੀਂ ਦੱਸ ਦਿੱਤਾ, ਨਹੀਂ ਤਾਂ ਕੋਈ ਕੁਝ ਕਹਿੰਦਾ ਸੀ ਸੋਰਠ ਬਾਰੇ, ਕੋਈ ਕੁਝ ਕਹਿੰਦਾ ਸੀ ਕਿ ਸੌਰਾਸ਼ਟਰ ਦੇਸ਼। ਇਸ ਤਰ੍ਹਾਂ ਅਗਰ ਰਾਗਾਂ ਨੂੰ ਅਸੀਂ ਰਾਗਾਂ ਦੀ ਸਟੱਡੀ ਕਰਨੀ ਹੈ ਤਾਂ ਉਹਦੇ ਲਈ ਗੁਰਮਤਿ ਸੰਗੀਤ ਦੇ ਇਹਨਾਂ ਸੋਰਸਸ ਨੂੰ ਦੇਖਣਾ ਹੈ। ਹੁਣ ਹੋ ਕੀ ਰਿਹਾ ਕਿ ਗੁਰਮਤਿ ਸੰਗੀਤ ਨੂੰ ਇੰਡੀਅਨ 뮤직 ਸਟੱਡੀ ਨਹੀਂ ਕਰ ਰਿਹਾ ਔਰ ਗੁਰਮਤਿ ਸੰਗੀਤ ਵਾਲੇ ਇੰਡੀਅਨ 뮤직 ਨੂੰ ਸਟੱਡੀ ਨਹੀਂ ਕਰ ਰਹੇ। ਇਸ ਲਈ ਅਸੀਂ ਗੁਰਮਤਿ ਸੰਗੀਤ ਨੂੰ ਇੱਕ ਸਬਜੈਕਟ ਦੇ ਤੌਰ ਤੇ ਡਿਵੈਲਪ ਕਰਨਾ ਚਾਹੁੰਦੇ ਸੀ ਔਰ ਕੀਤਾ, ਤਾਂ ਕਿ ਇਹ ਜੋ ਸਾਰੇ ਭਾਰਤੀ ਸੰਗੀਤ ਦਾ, ਸਾਰੇ ਏਸ਼ੀਅਨ 뮤직 ਦਾ ਜੋ ਇੱਕ ਖਜ਼ਾਨਾ ਹੈ, ਇਹ ਵਰਲਡ 뮤직 ਨੂੰ ਦੱਸੀਏ ਕਿ ਐਡਾ ਵੱਡਾ ਰਾਗਾਂ ਦਾ ਖਜ਼ਾਨਾ ਹੈ ਔਰ ਅਥੈਂਟਿਕ ਖਜ਼ਾਨਾ ਹੈ, ਪ੍ਰਮਾਣਿਕ ਹੈ ਔਰ ਉਹਦੇ ਵਿੱਚ ਕੀਰਤਨ ਰੋਜ਼ ਹੋ ਰਿਹਾ ਹੈ, ਉਸ ਨੂੰ ਅਸੀਂ ਦੇਖੀਏ। ਇਸੇ ਤਰ੍ਹਾਂ ਹੀ ਹੁਣ ਤੁਕਾਰੀ ਹੈ, ਵਡਾਂਸ ਹੈ, ਬਹੁਤ ਸਾਰੇ ਐਸੇ ਰਾਗ ਨੇ ਜਿਹੜੇ ਸੋਰਠ ਤੇ ਉਧਰ ਦੇਸ ਗਾਉਂਦੇ ਨੇ, ਇੱਧਰ ਸੋਰਠ ਹੈ, ਠੀਕ ਹੈ। ਇਸ ਤਰ੍ਹਾਂ ਪ੍ਰਭਾਤੀ, ਮੈਂ ਪ੍ਰਭਾਤੀ ਬਾਰੇ ਗੱਲ ਕਰਨਾ ਚਾਹਾਂਗਾ। ਪ੍ਰਭਾਤੀ इधर डिफरेंट प्रभाती है, तो बसंत है तो उधर पूर्वी बसंत गाते हैं, इधर ਜਿਹੜਾ ਸ਼ੁਭ ਬਸੰਤ ਗਾਇਆ ਹੈ। ਜਿਹੜੀ ਨਵੀਂ ਜੀ ਕਹਿ ਰਹੇ ਸੀ ਬਹੁਤ ਰਾਗ ਜਿਹੜਾ ਕਲੀਨ ਗੋਲਡ ਮਾਰ ਰਹੇ ਹੋ ਆਪ ਤੋਂ ਹੈ ਕਾ ਕਰਦੇ ਹੋ ਹਿੰਦੁਸਤਾਨੀ ਬਹੁਤ ਸਾਰੇ ਰਾਗ ਨੇ। ਕੋਈ ਇੱਕ ਆਪਾਂ ਸੁਣਦੇ ਬਸੰਤ ਜੀ। ਹਾਂ ਰਾਜਾ ਰਾਮ ਵਾਲਿਆ ਅਨੰਦ ਭਾਈ ਰਾਜਾ ਰਾਮ ਕਿੰਦਾ ਗ੍ਰਹਿ ਤਾਗੇ ਬਸੰਤ ਗਠੀ, ਗ੍ਰਹਿ ਤਾਗੇ ਬਸੰਤ ਗਠੀ।
बसंत गली गगता के बसंत गली जाके गिरवन हर तुमी जाके गिरवन हर तुमी गगता के बसंत गली गगता के ਇਹ ਸ਼ੁੱਧ ਬਸੰਤ ਜੋ ਬਸੰਤ ਤੇ ਬਹੁਤ ਪਾਇਆ ਜਾਂਦਾ ਹੈ beautiful ਹੈ ਔਰ ਇੰਡੀਅਨ 뮤직 ਦੇ ਵਿੱਚ ਗੁਰੂ ਦੇਖ ਫੂਲ ਫੂਲ ਫੂਲੇ ਮੇਰੇ ਘਰ Bule 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 dekha bule 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 agar jaage jagan kamal paage agar jaage jagan kamal paage mero prabhu subhana ke ghar ke बसंत पूर्वी है दोनों बसंत हमारे यहाँ मस्जिद में गाए जाते हैं बसंत हिंडोल गाया जाता है तो ऐसे इंडियन म्यूजिक के राग इधर भी प्रचलित है लेकिन इनका ओरिजिनल जोड़ा मौलिक स्वरूप है वो भी इधर भाई कुछ पूछते हैं तो जैसे आपका ये गुरबत संगीत है इंडियन म्यूजिक है तो इसका कुछ इन्फ्लुएंस वेस्ट में भी जा रहा है और वेस्ट में किस प्रकार से प्रचार है वेस्ट में देखिए अभी बहुत सारे सिख लोग हैं जो अलग अलग देशों में माइग्रेट कर रहे हैं तो अपना वो कल्चर भी साथ लेकर जा रहे हैं गुरुद्वारा कर रहे हैं तो वहां जाके जब वो हमारे बच्चे म्यूजिक करते हैं तो हम उनको गुरमत संगीत सिखा रहे हैं जैसे कनाडा में है यूएसए में है यूके में है तो वहाँ हम कहते हैं कि गुरमुखी सीखो भाई गुरमत संगीत सीखो तो वो अपने राग अपनी गायन शैली और इंटरफेथ में भी हमारे जो व्हाइट हाउस में परफॉर्मेंसेस हो रही हैं तो हमारे जो पंजाबी यूनिवर्सिटी के हमारे जो कोई स्टूडेंट है वो गोल्डन टेम्पल में भी उन्होंने श्री हरमंदिर साहब में भी दरबार साहब में भी उन्होंने परफॉर्म किया और इधर भी कर रहे हैं इंटरफेथ में भी जाके वो परफॉर्म कर रहे हैं तो इससे क्या है कि अभी वर्ल्ड म्यूजिक में अभी देखिएगा कि सिख म्यूजिक की पहले ऐसे जो स्वतंत्र हस्ती है इंडिपेंडेंट जो उसकी हस्ती है उसको तस्लीम नहीं किया जाता था तो अब उसको ऑक्सफोर्ड ने भी उसको माना है और मेरा कुछ रिसर्च है वो सिख म्यूजिक पर जी अमरजीत जी इसी बात से मैं एक चीज दर्शकों को बताना चाहता हूँ कि डॉक्टर गुरनाम सिंह को भारत के राष्ट्रपति ने भी अवार्ड दिया है तो उसके बारे में बताएं सर दैट इज अ वेरी इंपॉर्टेंट अवार्ड वो ऐसे नहीं मिलता मैं तो हम्बली कहना चाहता हूँ वो तो इनायत है गुरु पातशाह की जब काम करते हैं तो ये जो पीछे है वो हमारे वाणी में तो कहते हैं कि 18 सिद्धियां पीछे लगी है जो हर नाम का है तो ये तो सब कुछ दुनियावी चीज जो मिलती रहती है अचीवमेंट तो अचीवमेंट है सर संगीत अदाकार के लिए अवार्ड आपको राष्ट्रपति जी के वो ऐसे है कि हमने वो ऐसे किया गुरमत संगीत में काम किया ना तो इंडियन म्यूजिक में जैसे क्लासिकल ट्रेडिशन वाले लोगों को डिफरेंट जो स्ट्रीम्स है उनको अवार्ड मिलता है तो गुरमत संगीत में उन्होंने मेरे पे आई मुझे संगीत नाटक अकेडमी अवार्ड जो है डॉक्टर साहब कई साल ਪਹਿਲਾਂ ਜਦੋਂ ਤੁਸੀਂ ਗੁਰਮਤ ਸੰਗੀਤ ਦੀ ਗੱਲ ਸ਼ੁਰੂ ਕੀਤੀ ਡਿਪਾਰਟਮੈਂਟ ਬਣਾਇਆ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਉਸ ਵੇਲੇ ਮੈਂ ਦਿੱਲੀ 'ਚ ਸੀਗਾ ਤੇ ਮੈਂ ਮਾਫੀ ਚਾਹੂੰਗਾ ਇੱਕ ਇਸ ਗੱਲ ਕਹਿਣ 'ਚ ਤੇ ਲੋਕਾਂ ਦੇ ਜਿਹੜੇ ਵਿਊ ਸੀ ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਈ ਮੈਂ ਦਿੱਲੀ ਸੀਗਾ ਉਸ ਵੇਲੇ ਜਿਹੜੀ ਗੱਲਬਾਤ ਚੱਲਦੀ ਸੀ ਕਿ ਬਈ ਡਾਕਟਰ ਸਾਹਿਬ ਕਿਉਂ ਹਿੰਦੁਸਤਾਨੀ ਸੰਗੀਤ ਨੂੰ ਗੁਰਮਤ ਸੰਗੀਤ ਤੋਂ ਵੱਖ ਕਰ ਰਹੇ ਆ ਇਹ ਪਾੜ ਪਾਣ ਦਾ ਕੰਮ ਕਰ ਰਹੇ ਆ ਨੰਬਰ 1 ਇਹ ਨਾ ਸੌਰੀ ਮੈਂ ਇਹ ਕਹਿਣਾ ਚਾਹੂੰਗਾ ਪਰ ਇਹ ਤੁਹਾਡੀ ਨੌਲੇਜ ਹੋਣਾ ਚਾਹੀਦਾ ਵੀ ਹੋ ਕੀ ਰਿਹਾ ਸੀਗਾ ਦਿੱਲੀ ਵਿੱਚ ਕੁਝ ਰਾਗੀ ਸਿੰਘ ਇਸ ਹੱਦ ਤੱਕ ਆਏ ਸੀ ਕਿ ਬਈ ਇਹ ਹੋ ਕੀ ਰਿਹਾ ਵੀ ਜਵਰਦੀ ਚ ਵੀ ਪਤਾ ਨਹੀਂ ਇਹ ਕੁਝ ਕਰੀ ਜਾਂਦੇ ਹੈਗੇ ਇਹ ਵੱਖਰਾ ਕਰੀ ਜਾਂਦੇ ਹੈ ਪਾੜ ਪਾਈ ਜਾ ਰਹੇ ਹੈਗੇ ਇਹ ਇੱਕ ਦੁਸ਼ਮਣੀ ਦੀ ਤਰ੍ਹਾਂ ਕ੍ਰੀਏਟ ਕਰੀ ਜਾ ਰਹੇ ਬਈ ਹਿੰਦੁਸਤਾਨੀ ਸੰਗੀਤ ਅਲੱਗ ਹੈਗਾ ਤੇ ਸਾਡਾ ਸੰਗੀਤ ਅਲੱਗ ਹੈਗਾ ਪਰ ਇਹ ਕੁਝ ਨਹੀਂ ਹੈਗਾ ਜਿਹੜੀ ਕਿ ਅੱਜ ਆਪਣੀ ਗੱਲਬਾਤ ਹੋਈ ਮੈਂ ਉਸ ਗੱਲ ਤੇ ਇੱਕ ਵਾਰੀ ਦੁਬਾਰਾ ਆਣਾ ਚਾਹੂੰਗਾ ਵੀ ਤੁਸੀਂ ਇਸ ਗੱਲ ਨੂੰ ਕਲੀਅਰ ਕਰੋ ਕਿ ਨਹੀਂ ਹਿੰਦੁਸਤਾਨੀ ਸੰਗੀਤ ਹੈ ਉਹਨੂੰ ਕੋਈ ਹੱਥ ਨਹੀਂ ਲਾ ਰਿਹਾ ਉਹ ਨਹੀਂ ਕੋਈ ਹਿਲਾ ਰਿਹਾ ਜਿਹੜਾ ਗੁਰਮਤ ਸੰਗੀਤ ਹੈ ਉਹਦੀ ਉਹ ਜਿਹੜੀ ਸੀ ਨਾ ਪਰੰਪਰਾ ਆ ਰਹੀ ਹੈਗੀ ਜਿੱਥੇ ਤੱਕ ਸੰਗੀਤ ਦੀ ਗੱਲ ਹੈ ਸੰਗੀਤ ਤੇ ਸਾਰੀ ਦੁਨੀਆ ਦੇ ਵਿੱਚ ਇੱਕ ਹੀ ਹੈ ਠੀਕ ਹੈ ਨਾ
ਸੰਗੀਤ ਤਾਂ ਪਿਆਰ ਦੀ ਭਾਸ਼ਾ ਹੈ, ਬਿਲਕੁਲ। ਸਭ ਨੂੰ ਜੋੜਦਾ ਹੈ ਔਰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੀ ਔਰ ਇਸੇ ਕਰਕੇ ਹੀ ਮੀਡੀਅਮ ਦੇ ਤੌਰ ਤੇ ਗੁਰੂ ਸਾਹਿਬਾਨ ਨੇ ਸੰਗੀਤ ਨੂੰ ਲੈ ਵਰਤਿਆ ਬਿਲਕੁਲ ਕਿ ਉਹ ਜਿੱਥੇ ਵੀ ਗਏ ਉਹਨਾਂ ਨੇ ਸੰਗੀਤ ਰਾਹੀਂ ਆਪਣੀ ਜਿਹੜੀ ਬਾਣੀ ਹੈ ਉਹਨਾਂ ਦੀ ਤੁਰਕੀ ਬਾਣੀ, ਉਹ ਬਾਣੀ ਦੇ ਰਾਹੀਂ ਆਪਣਾ ਉਪਦੇਸ਼ ਦਿੱਤਾ। ਬਿਲਕੁਲ ਹੁਣ ਸਾਡਾ ਤਾਂ ਸਿਰਫ ਇੰਨਾ ਸੀ ਕਿ ਮੈਂ ਤਾਂ ਇੰਡੀਅਨ 뮤직 ਆਪ ਖੁਦ ਪੜ੍ਹਾਉਂਦਾ ਰਿਹਾ। ਜੀ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਇੰਡੀਅਨ 뮤직 ਦਾ ਹੀ ਹਾਂਜੀ। ਉੱਥੇ ਪ੍ਰਾਧਿਆਪਕ ਸੀ, ਪ੍ਰੋਫੈਸਰ ਸੀ। ਜੀ ਫਿਰ ਮੈਂ ਫਾਊਂਡਰ ਪ੍ਰੋਫੈਸਰ ਰਿਹਾ ਗੁਰੂ ਨਾਨਕ ਜੀ। ਦੇਵ ਯੂਨੀਵਰਸਿਟੀ ਦਾ 뮤직 ਡਿਪਾਰਟਮੈਂਟ, ਕਿਆ ਬਾਤ। ਇੰਡੀਅਨ 뮤직 ਟੀਚ ਕਰਦੇ ਸੀ। ਜੀ ਔਰ ਇੰਡੀਅਨ 뮤직 ਲਾਸਟ ਮੋਮੈਂਟ ਤੱਕ ਮੈਂ ਇੰਡੀਅਨ 뮤직 ਦੀ ਪੋਸਟ ਤੋਂ ਹੀ ਰਿਟਾਇਰ ਹੋਇਆ। ਜੀ। ਪਰ ਇਸ ਵਿੱਚ ਸਾਨੂੰ ਲੱਗਦਾ ਸੀ ਇੱਕ ਤੇ ਇਹ ਹੈ ਕਿ ਜਿਹੜਾ ਇੰਡੀਅਨ 뮤직 ਹੈ, ਇੱਥੇ ਬਹੁਤ ਇੰਪੋਰਟੈਂਟ ਗੱਲ ਕਰਨ ਵਾਲੀ ਹੈ ਕਿ ਇੰਡੀਅਨ 뮤직 ਦੇ ਵਿੱਚ ਪੰਜਾਬ ਦੇ ਸੰਗੀਤ ਦੀ ਗੱਲ ਨਹੀਂ ਹੋਈ। ਜੀ ਪੰਜਾਬ ਦੇ ਸੰਗੀਤ ਨੂੰ ਉਸ ਵਿੱਚ ਉਹ Ignore ਕੀਤਾ। ਇਗਨੋਰ ਕੀਤਾ ਗਿਆ। ਹੂੰ। ਪੰਜਾਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸੰਗੀਤ, ਪੰਜਾਬ ਦਾ ਐਡਾ ਵੱਡਾ ਸੂਫੀ 뮤직, ਪੰਜਾਬ ਪੰਜਾਬ ਦਾ ਲੋਕ ਸੰਗੀਤ ਉਹ ਸਥਾਨ ਨਹੀਂ ਦਿੱਤਾ ਗਿਆ। ਜੀ। ਸਾਡੀ ਤਾਂ ਮੈਂ ਕੋਈ ਗੁਰਮਤਿ ਸੰਗੀਤ ਤੇ ਕੰਮ ਨਹੀਂ ਕੀਤਾ, ਤੁਹਾਨੂੰ ਇਸ ਗੱਲ ਦੀ ਅਮਰਜੀਤ ਜੀ। ਜੀ ਮੇਰਾ ਜਿੰਨਾ ਗੁਰਮਤਿ ਸੰਗੀਤ ਤੇ ਕੰਮ ਹੈ ਉਹਨਾਂ ਪੰਜਾਬੀ ਲੋਕ ਸੰਗੀਤ ਤੇ ਕੰਮ ਵੀ ਕਿਆ ਹੈ। ਬਾਤ। ਪੰਜਾਬੀ ਲੋਕ ਸੰਗੀਤ ਦੇ ਵਿੱਚ 400 ਆਰਟਿਸਟਾਂ ਦੀ ਅਸੀਂ ਕਲੈਕਸ਼ਨ ਕਰਕੇ ਮੇਰਾ 2 ਵਾਲੀਅਮ ਦੇ ਵਿੱਚ ਪੰਜਾਬੀ ਲੋਕ ਸੰਗੀਤ ਪੰਜਾਬੀ ਫੋਕ 뮤직 ਹੈਰੀਟੇਜ ਦੇ ਉੱਪਰ ਕੰਮ ਛਪਿਆ, ਡਾਂਸਸ ਦੇ ਉੱਪਰ ਕੰਮ ਛਪਿਆ। ਤਾਂ ਅਸੀਂ ਤੇ ਇੱਕ ਪੰਜਾਬ ਦੀ 뮤직 ਨੂੰ, ਟ੍ਰੈਡੀਸ਼ਨ ਨੂੰ ਡਿਵੈਲਪ ਕਰਨਾ ਚਾਹੁੰਦੇ ਸੀ ਕਿ ਇੰਡੀਅਨ 뮤직 ਨੂੰ ਪਤਾ ਲੱਗੇ ਕਿ ਇਹ ਪੰਜਾਬ ਦਾ 뮤직 ਜਿਹੜਾ ਹੈ ਇੰਨਾ ਰਿਚ 뮤직 ਹੈ, ਇਸ ਨੂੰ ਅਸੀਂ ਪੜ੍ਹਾਉਣਾ। ਜੀ। ਔਰ ਇੰਡੀਅਨ 뮤직 ਦੇ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਇੰਡੀਅਨ 뮤직 ਜਿਹੜਾ ਰੀਜਨਲ ਟ੍ਰੈਡੀਸ਼ਨਸ ਨੇ, ਜੀ। ਰੀਜਨਲ 뮤직 ਨੇ, ਉਹਨਾਂ ਨੂੰ ਵੀ ਉਹ ਫਲੋਰਿਸ਼ ਕਰੇ, ਉਹਨਾਂ ਨੂੰ ਵੀ ਸਿਲੇਬਸ ਦਾ ਹਿੱਸਾ ਬਣਾਏ। ਕਿਆ ਬਾਤ। ਹੁਣ ਬੰਗਾਲ ਵਾਲੇ ਬੰਗਾਲ ਦਾ ਪੜ੍ਹਾਉਣ, ਜੀ ਪੰਜਾਬ ਵਾਲੇ ਪੰਜਾਬ ਦਾ ਪੜ੍ਹਾਉਣ, ਆਂਧਰਾ ਵਾਲੇ ਗੁਜਰਾਤ ਵਾਲੇ ਗੁਜਰਾਤ ਦਾ ਪੜ੍ਹਾਉਣ। ਠੀਕ ਸਾਰੇ ਹੈ, ਆਪੋ ਆਪਣਾ ਪੜ੍ਹਾਉਣ। ਆਪੋ ਆਪਣਾ ਜੋ ਉਹਨਾਂ ਦਾ ਰੀਜਨਲ 뮤직 ਹੈ ਉਹ ਵੀ ਪਾਠਕ੍ਰਮਾਂ ਸਿਲੇਬਸਾਂ ਦਾ ਹਿੱਸਾ ਹੋਵੇ ਤਾਂ ਕਿ ਉੱਥੇ ਜਿਹੜੇ ਬੱਚੇ ਨੇ ਉਸ ਨੂੰ ਪੜ੍ਹ ਸਕਣ। ਤਾਂ ਅਸੀਂ ਆਪਣੇ ਪੰਜਾਬ ਵਿੱਚ ਉਸ ਨੂੰ ਡਿਵੈਲਪ ਕਰਨਾ ਚਾਹਿਆ, ਪੰਜਾਬ ਦੇ 뮤직 ਨੂੰ ਡਿਵੈਲਪ ਕੀਤਾ, ਪੰਜਾਬ ਦੀਆਂ ਡਿਫਰੈਂਟ ਸਟਰੀਮਸ ਨੂੰ ਡਿਵੈਲਪ ਕੀਤਾ। ਔਰ ਉਸ ਦੇ ਵਿੱਚ ਗੁਰਮਤਿ ਸੰਗੀਤ ਜਿਹੜਾ ਹੈ, ਕਿਉਂਕਿ ਗੁਰਮਤਿ ਸੰਗੀਤ ਨੂੰ ਜਦੋਂ ਅਸੀਂ ਡਿਵੈਲਪ ਕਰ ਰਹੇ ਹਾਂ ਤਾਂ ਗੁਰਮਤਿ ਸੰਗੀਤ ਦੇ ਵਿੱਚ ਵੀ ਬਹੁਤ ਸਾਰੀ ਐਸੇ ਕਮਰਸ਼ੀਅਲ ਗਾਇਕੀ ਆ ਗਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ 뮤직 ਤੋਂ ਹਟ ਕੇ ਸੀ। ਗੁਰੂ ਗ੍ਰੰਥ ਸਾਹਿਬ ਦੇ ਰਾਗ ਨਹੀਂ ਸੀ ਯੂਜ਼ ਕਰਦੇ, ਉਸ ਦੇ ਵਿੱਚ ਉਹ ਸਧਾਰਨ ਸੁਗਮ ਧੁਨਾ, ਫਿਲਮੀ ਧੁਨਾ ਉਹਨਾਂ ਦਾ ਇਸਤੇਮਾਲ ਕਰਨ ਲੱਗ ਪਏ ਸੀ। ਤਾਂ ਉਸ ਕੁਰੀਤੀ ਨੂੰ ਦੂਰ ਕਰਨ ਦੇ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਨੇ ਨਿਰਧਾਰਤ ਰਾਗਾਂ ਦੀ ਪਰੰਪਰਾ ਦਾ ਹੋਕਾ ਦਿੱਤਾ ਔਰ ਗੁਰਮਤਿ ਸੰਗੀਤ ਦੀ ਸੁਤੰਤਰ ਹਸਤੀ ਦੀ ਗੱਲ ਸਾਰੇ ਪਾਸੇ ਕੀਤੀ। ਉਹ ਕਿਸੇ ਦੇ ਅਗੇਂਸਟ ਨਹੀਂ ਸੀ। ਪਰ ਇੰਡੀਅਨ 뮤직 ਦੇ ਵਿੱਚ ਕਿਉਂਕਿ ਕਿਸੇ ਚੀਜ਼ ਦੀ ਹਸਤੀ ਤੁਸੀਂ ਦੱਸਣੀ ਹੈ ਜਾਂ ਉਸ ਦੀ ਅਲੱਗ ਹਸਤੀ ਦੱਸਣੀ ਹੈ, ਉਸ ਦੀ ਪਰੰਪਰਾ ਦੱਸਣੀ ਹੈ, ਤਾਂ ਉਸ ਨੂੰ ਯੂਨੀਵਰਸਿਟੀ ਪਾਠਕ੍ਰਮ ਦਾ ਹਿੱਸਾ ਬਣਾਉਣ ਦੇ ਲਈ ਅਸੀਂ ਕਿਹਾ ਕਿ ਗੁਰਮਤਿ ਸੰਗੀਤ ਦੀ ਅਲੱਗ ਹਸਤੀ ਪਛਾਣੋ। ਅਗਰ ਉਹ ਇੰਡੀਅਨ 뮤직 ਦੇ ਵਿੱਚ ਹੀ ਰਹੇਗਾ ਤੇ ਉਸ ਦੀ ਸੁਤੰਤਰ ਹਸਤੀ ਨਹੀਂ ਬਣ ਸਕਦੀ। ਅਸੀਂ ਡਿਵੈਲਪ ਕੀਤਾ 뮤직 ਫਰਮ ਐਲੀਮੈਂਟਰੀ ਟੂ PhD, ਅਸੀਂ ਕੋਰਸਸ ਡਿਵੈਲਪ ਕੀਤੇ ਨੇ। ਹੁਣ ਇਸ ਵੇਲੇ ਸਾਡੇ 27 ਮੋਰ ਦੈਨ 32 ਸਟੂਡੈਂਟਸ ਨੇ PhD ਕਰ ਲਈ ਹੈ ਗੁਰਮਤਿ ਸੰਗੀਤ ਦੇ ਵਿੱਚ। ਅਸੀਂ ਅੰਡਰ ਗ੍ਰੈਜੂਏਟ ਲੈਵਲ ਤੇ, ਸਕੂਲ ਲੈਵਲ ਦੇ ਉੱਤੇ ਔਰ ਫਿਰ ਪੋਸਟ ਗ੍ਰੈਜੂਏਟ ਲੈਵਲ ਉੱਤੇ 뮤직 ਪੜ੍ਹਾ ਰਹੇ ਹਾਂ ਔਰ ਉਹਦੇ ਡਿਵੈਲਪ ਕਰ ਰਹੇ ਹਾਂ। ਕਿਹੜੇ ਕਾਲਜ, ਹਿੰਦੁਸਤਾਨ ਦੇ ਕਿਹੜੇ ਕਾਲਜ ਤੇ ਸਕੂਲਾਂ ਦੇ ਵਿੱਚ ਗੁਰਮਤਿ ਸੰਗੀਤ? ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤਾਂ ਅਸੀਂ ਸਾਰੇ, ਉਸ ਤੋਂ ਇਲਾਵਾ ਜਿੰਨੇ ਸਾਡੇ ਕਾਲਜਸ ਨੇ ਉੱਥੇ ਸਾਡੇ ਪੰਜਾਬ ਤੋਂ ਬਾਹਰ ਵੀ ਆਪਾਂ ਪੰਜਾਬ ਤੋਂ ਬਾਹਰ ਸੰਗੀਤ ਦੀ, ਪੰਜਾਬ ਤੋਂ ਬਾਹਰ ਹੁਣ ਤੁਸੀਂ ਹੌਸਟਲ ਯੂਨੀਵਰਸਿਟੀ ਚ ਚੇਅਰ ਆਫ ਸਿੱਖ ਮਿਊਜ਼ਿਕੋਲੋਜੀ ਬਣ ਗਈ ਹੈ। ਠੀਕ ਹੈ, ਦਿੱਲੀ ਵਿੱਚ ਅਸੀਂ ਮਾਤਾ ਸੁੰਦਰੀ ਗੁਰਮਤਿ ਕਾਲਜ ਅਸੀਂ ਚਲਾਉਂਦੇ ਰਹੇ ਹਾਂ। ਬਾਕੀ ਇਹ ਹੈ ਕਿ ਇਸ ਨੂੰ ਕੈਨੇਡਾ ਵਿੱਚ ਤੁਸੀਂ ਦੇਖ ਲਓ ਕਿੰਨਾ ਫਲੋਰਿਸ਼ ਕਰ ਰਿਹਾ, ਕਿੰਨਾ ਇੱਥੇ ਗੁਰਮਤਿ ਸੰਗੀਤ ਦਾ ਬੋਲਬਾਲਾ ਹੈ। ਔਰ ਜਿੱਥੇ ਵੀ ਆਪਣਾ ਇੱਥੇ ਹੁਣ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਗੁਰਮਤਿ ਡਿਪਲੋਮਾ ਜਿਹੜਾ ਸ਼ੁਰੂ ਕਰ ਦਿੱਤਾ ਹੈ। ਔਰ ਬਹੁਤ ਸਾਰੇ ਅਮਰੀਕਾ ਦੇ ਵਿੱਚ ਸੈਂਟਰਸ ਜਿਹੜੇ ਨੇ ਗੁਰਮਤਿ ਸੰਗੀਤ ਦੇ ਬਣ ਗਏ ਨੇ, ਜਿਹੜੇ ਵਰਲਡ 뮤직 ਦੇ ਵਿੱਚ ਇੰਡੀਅਨ 뮤직 ਵੀ ਸਿੱਖ ਰਹੇ ਨੇ। ਔਰ ਅਸੀਂ ਹੁਣ ਤੱਕ ਇੰਡੀਅਨ 뮤직 ਵੀ ਸਿਖਾ ਰਹੇ ਹਾਂ ਔਰ ਉਹਦੇ ਨਾਲ ਅਸੀਂ ਗੁਰਮਤਿ ਸੰਗੀਤ ਵੀ ਸਿਖਾ ਰਹੇ ਹਾਂ। ਸੰਗੀਤ ਦੀ ਕੋਈ ਭਾਸ਼ਾ ਨਹੀਂ, ਡਿਫਰੈਂਟ ਜਿਹੀਆਂ ਸਟਰੀਮਸ ਨੇ ਉਹ ਸਾਰੀਆਂ ਸਿੱਖਣੀ ਚਾਹੀਦੀਆਂ ਨੇ। ਪਰ ਅਸੀਂ ਉਸ ਵਿੱਚ ਕਹਿੰਦੇ ਹਾਂ ਕਿ ਹਰ ਇੱਕ ਦੀ ਜਿਹੜੀ ਹਸਤੀ ਹੈ, ਉਹਦੀ ਹੋਂਦ ਹੈ, ਉਹ ਕਾਇਮ ਰਹੇ ਔਰ ਉਸ ਦੀ ਓਰੀਜਨੈਲਿਟੀ, ਪਿਓਰਿਟੀ, ਅਥੈਂਟਿਸਿਟੀ ਕਾਇਮ ਰਹੇ। ਮਰਜ ਕਰਨ ਦੇ ਨਾਲ ਕੀ ਹੋ ਜਾਂਦਾ ਹੈ ਕਿ ਸਾਨੂੰ ਅਸੀਂ ਐਕੈਡੈਮਿਕਲੀ ਅਸੀਂ ਉਸ ਨੂੰ ਪੜ੍ਹ ਨਹੀਂ ਸਕਦੇ, ਉਸ ਨੂੰ ਗਾ ਨਹੀਂ ਸਕਦੇ, ਸਿੱਖ ਨਹੀਂ ਸਕਦੇ ਜਿਹੜੀ ਦੇਰ ਤੱਕ ਸਾਨੂੰ ਪਤਾ ਨਾ ਹੋਵੇ। ਹੁਣ ਸੂਫੀ ਸੰਗੀਤ ਦਾ ਆਪਣੀ ਮਰਿਆਦਾ ਹੈ, ਗੁਰਮਤਿ ਸੰਗੀਤ ਦੀ ਆਪਣੀ ਮਰਿਆਦਾ ਹੈ, ਲੋਕ ਸੰਗੀਤ ਦੀ ਆਪਣੀ ਮਰਿਆਦਾ ਹੈ, ਸ਼ਾਸਤਰੀ ਸੰਗੀਤ ਦੀ ਆਪਣੀ ਹੈ, ਜਿਸ ਨੂੰ ਤੁਸੀਂ ਸ਼ਾਸਤਰ ਦੇ ਨਾਮ ਨਾਲ ਜਾਣਦੇ ਹੋ। ਤਾਂ ਅਗਰ ਉਹ ਸ਼ਾਸਤਰ ਦੇ ਅਨੁਸਾਰ ਅਸੀਂ ਨਹੀਂ ਗਾਵਾਂਗੇ, ਅਗਰ ਗਜ਼ਲ ਨੂੰ ਸ਼ਬਦ ਵਾਂਗੂ ਗਾਵਾਂਗਾ, ਸ਼ਬਦ ਨੂੰ ਗਜ਼ਲ ਵਾਂਗੂ ਗਾਵਾਂਗਾ, ਸ਼ਬਦ ਗਾਣਾ ਤਾਂ ਮੈਂ ਇੰਸਪੀਰੇਸ਼ਨ ਗੁਰੂ ਸਾਹਿਬ ਤੋਂ ਲੈਣੀ ਹੈ, ਗੁਰੂ ਗ੍ਰੰਥ ਸਾਹਿਬ ਤੋਂ।
ਉਸ ਰਾਗ ਦਿੱਤੇ ਨੇ, ਉਸ ਵਿੱਚ ਰਹਾਉ ਦਿੱਤਾ ਹੈ, ਉਸ ਸ਼ੈਲੀ ਦਿੱਤੀ ਹੈ। ਹਾਂ। ਸੋ ਇਸ ਤਰ੍ਹਾਂ ਇਸ ਮਿਊਜ਼ਿਕੋਲੋਜੀ ਦੇ ਪ੍ਰਚਾਰ ਦੇ ਲਈ ਸਾਰਾ ਸਿਲਸਿਲਾ ਸ਼ੁਰੂ ਹੋਇਆ ਔਰ ਇਸ ਵੇਲੇ ਉਸ ਦੀ ਸਥਾਪਤੀ ਹੋ ਚੁੱਕੀ ਹੈ ਔਰ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ। ਜੀ। ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਕਿ ਇਸ ਨੂੰ ਵੀ ਨਹੀਂ, ਜਾਣੂ ਹੋਣਾ ਚਾਹੀਦਾ ਵੀ ਔਰ ਕਿੱਥੇ ਹਾਂ, ਅਲੱਗ ਜੀ, ਹੈਗਾ। ਜੀ, ਜੀ। ਹਾਂਜੀ सर मेरा भी थोड़ा सा वेलकम मेरे कुछ कुछ लाइट सुना दीजिए सर प्लीज, कुछ जो आपके मन में लाइट। लाइक मैं गुरमत संगीत हाँ, जो जो- ऐसे है कि पहले मैं जब वो क्या कहते हैं स्टूडेंट एज थी तो उसमें लाइट म्यूजिक किया करता था, गजल भी गाया करता था। तो रेडियो स्टेशन पे हमारे जो हाँ। प्रसार भारती है जी। उसमें ग्रेडेशन होती है, हाँ। उसमें क्लासिकल में और गजल में और ये जो शब्द कीर्तन है इस सभी में और उनकी ज्यूरी में मैं वो ऑडिशन कमेटी में भी क्या रहा। बात, क्या बात। तो बहुत बढ़िया। वो तो गाते हैं लेकिन अभी मैं आपको शब्द ही सुनाऊंगा। हाँ, क्या पसंद है? जो आप कुछ अभी वो जगजीत सिंह जी साहब, जगजीत सिंह जी हमारे बहुत प्यारे सबके, कमाल के। उनके साथ हमने एक प्रोजेक्ट किया था गुरु ग्रंथ साहब के रागों का। सभी फिल्म इंडस्ट्री के जितने अच्छे गायक हैं या क्लासिकल म्यूजिक वाले, जी। उन्होंने एक एक शब्द गाया था। तो इतनी वाह, बात नहीं करते? यही वाह वाह, ये कमाल हो गया। तो आपने इस- हुक्म किया? इस प्रोजेक्ट में मुझे कंपोजिशन बनाने का अवसर दिया। तो इसने एक गाया था, गौन राग है, जी। मोको तार ले। राम तो मोको तार ले रामा तार ले, मोको तार ले रामा तार ले। मैं जाने जन तब भी न जानूं, मैं जाने जन तब भी न जानूं। बाप भी तुमा, बाप भी तुमा मामा दे, मुझको तार ले राम तार ले, मुझको तार ले राम तार ले, राम तार ले, राम तार ले। देखो ब्यूटीफुल। मोको तार ले रामा तार ले। अव्वल अल्लाह नूर हो पाया। कभी अल्लाह की बात होती है, कभी रहीम की बात होती है, कभी राम की बात होती है, कभी सतनाम वाहिगुरु जी की गल होती है। सो ऐसा ग्रंथ कहाँ होगा और ऐसा रिलीजन कहाँ होगा जो सबको मिलाए। जोड़ता है, मिलाता है। ਆਜ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜਤਾਲ ਦਾ ਜ਼ਿਕਰ ਹੈਗਾ ਤੇ ਪੜਤਾਲ ਇੱਕ ਇੱਕ ਇਸ ਤਰ੍ਹਾਂ ਦੀ ਵਿਲੱਖਣ ਸ਼ੈਲੀ ਹੈਗੀ ਹੈ ਗਾਇਕੀ ਦੀ ਜਿਹੜੀ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਹੈਗੀ। ਮੇਰਾ ਅੱਜ ਕੱਲ ਜਿਹੜਾ ਟ੍ਰੈਂਡ ਚੱਲਿਆ ਹੈਗਾ ਮੈਂ ਕਾਫੀ ਸਾਲਾਂ ਤੋਂ ਸੁਣ ਰਿਹਾ ਕਿ ਵੀ ਹਰ ਸ਼ਬਦ ਨੂੰ ਹੀ ਪੜਤਾਲ ਕਰਕੇ ਲੋਕੀ ਬਣਾ ਕੇ ਗਾਈ ਜਾ ਰਹੇ। ਕੀ ਇਹ ਠੀਕ ਹੈਗਾ ਜਾਂ ਸਿਰਫ ਪੜਤਾਲ ਦੇ ਸਿਰਲੇਖ ਹੇਠਾਂ ਜਿਹੜੇ ਸ਼ਬਦ ਹੈਗੇ ਉਹੀ ਗਾਣੇ नहीं, सिर्फ ਜਿਹੜੇ ਪੜਤਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ 55 ਜੀ शब्द पड़ताल इस तरह देने। ऐसा है कि हमारे गुरु ग्रंथ साहब में, गुरु ग्रंथ साहब इज अ यूनिक सिंथेसिस ऑफ क्लासिकल म्यूजिक एंड फोक म्यूजिक। शास्त्रीय संगीत भी है इसमें, लोक संगीत भी है, अष्टपदी है, पदे है, चौपदे। तो ये सभी शास्त्रीय संगीत की गायन शैली है। तो दूसरियां वार, चंद, तलौनियां, घोड़ियां, ये पंजाब के म्यूजिक की जो है वो। ਮੈਨੂੰ ਯਾਦ ਕਰਦਾ ਕੋੜੀਆਂ ਦਾ ਉਹਨੇ ਦੋਵੇਂ ਸੁਣੀਆਂ ਕਿ ਫੋਕ ਗਾਇਆ ਹੀ ਨਹੀਂ ਜਾ ਰਿਹਾ ਕਿਤੇ ਪੰਜਾਬੀ। तो गुरु साहब ने जो अपना वो मैसेज जो देना था, उनका जो रूहानी संदेश था, तो उन्होंने तो सभी को दिया। इसीलिए ये जो गुरु ग्रंथ साहब है हमारी अपनी अपनी भाषा में है, अपने संगीत में है। जो बाकी जो हमारे जो लोग थे वो तो कहते थे ना कि ये आप ये इस जो स्पिरिचुअल मैसेज को सुन नहीं सकते, आम आदमी नहीं सुन सकता। गुरु ने तो सबके लिए उसको डिवाइन मैसेज क्षेत्रीय दिया भाषाओं की है ना। करेक्ट करेक्ट। उस इसलिए उन्होंने म्यूजिक भी वैसा ही बरता। आई थिंक म्यूजिक से तो ज्यादा प्रोपोगेट होता है। Yeah. म्यूजिक के हिसाब से चले तो लोग ज्यादा जो सुनेंगे। इन्होंने जो सवाल किया है वो क्लासिकल म्यूजिक की एक यूनिक सी सिंगिंग स्टाइल है, पड़ताल। उसमें जैसा वो उसका मीटर रहता है, उस मीटर
के हिसाब से हम ताल सिलेक्ट करते हैं और अलग अलग तालों में उसको गाते हैं। इसके गाने के जो हमारे गुरमत संगीत के अलग अलग स्कूल ऑफ म्यूजिक हैं वो अलग अलग तरीके से इसको गाते हैं, लेकिन इसका प्रिंसिपल, इसका सिद्धांत यही है कि उसको उस वाणी के अनुसार गाना है। तो वो सिलेक्टेड शब्द है, 55 शब्द है, बस उन्हीं के मुताबिक गाना चाहिए। लेकिन अगर आप किसी कंपोजिशन को एक दो तालों में अलग अलग से गाना चाहें तो वो गाओ पड़ताल नहीं होगी। और पड़ताल में सभी जो है वो सभी जो शब्द हैं सिंपल शब्द भी हैं पड़ताल में, जैसे हे गोविंद हे गोपाल, आप शायद आम लोगों को नहीं पता होगा, हे गोविंद हे गोपाल हे दयाल लाल, ये पड़ताल है। तो ऐसे बहुत पद स्टाइल भी शब्द हैं और बहुत कठिन शब्द भी हैं, भज राम मन राम, जिस रूप न रेख वडाम, जिसमें जो चाल है उनकी ताल जैसी है, पड़ताल ताल में जैसे पढ़ना सिंपल, जैसे ताल को पढ़ते हैं पढ़न ताप करते हैं ना, तो वैसे ही ताल को पढ़ने जैसा गान गाते हैं हम उसमें, वो पड़ताल, उसको पड़ताल बोलते हैं। घोड़ियां अलावणियां ਜਿਹੜਾ ਫੋਕ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਕਿਉਂਕਿ ਫੋਕ ਅਲਾਵਣੀਆਂ ਘੋੜੀਆਂ ਸਿੱਟਣੀ ਸਾਰਾ ਕੁਝ ਦਰਜ ਹੈਗਾ, ਉਹਦੇ ਵਿੱਚ ਕੁਝ ਤੁਸੀਂ ਫੋਕ ਦੇ ਵਿੱਚ ਵਡਹੰਸ ਵਿੱਚ ਅਸੀਂ ਜਿਹੜਾ ਇਹ ਡਿਵੈਲਪ ਕੀਤਾ ਹੈ ਪੰਜਾਬੀ ਯੂਨੀਵਰਸਿਟੀ ਦਾ ਸਿਲੇਬਸ, ਉਸ ਵਿੱਚ ਅਸੀਂ ਮਾਸਟਰ ਲੈਵਲ ਤੱਕ ਇਹ ਸਾਰੇ ਸਿੰਗਿੰਗ ਸਟਾਈਲਸ ਗਾਇਨ ਰੂਪ ਜੋ ਕੀਰਤਨ ਦੇ ਗੁਰਬਾਣੀ ਦੇ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਉਹ ਅਸੀਂ ਸਿਖਾਉਂਦੇ ਹਾਂ। ਤੋ ਇੱਥੇ ਵੀ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਵਿੱਚ ਵੀ ਇਹਨੂੰ ਸਿਖਾਇਆ ਜਾ ਰਿਹਾ ਇਹ ਸਾਰੇ। ਤੋ ਵਡਹੰਸ ਰਾਗ ਦੇ ਵਿੱਚ ਨੇ ਘੋੜੀਆਂ ਤੇ ਲਾਉਣੀਆਂ ਦੇਦ ਤੇ ਜਨਨੀ ਰਾਮ ਮਾਇਆ ਦੇਦ ਤੇ ਜਨਨੀ ਰਾਮ ਮਾਇਆ ਦੇਦ ਤੇ ਜਨਨੀ ਰਾਮ ਮਾਇਆ ਦੇਦ ਤੇ ਜਨਨੀ डांस राग है, इसमें देखिए जो फोक होता है उसमें राम, जैसे आशा की बात में है ना, हर अमृत पिंडे लोगे मन प्रेम रतन राम राजे, इसमें राम से दुकान मिलाया है। जननी राम माया तन मानस जन पुन पाया देखते जननी राम पाया देखते जननी राम एक घोड़ियां गुरु रामदास जी ने दी रचना है और जो ਵਿਆਹ ਦੇ ਸਮੇਂ ਪੰਜਾਬ ਦੇ ਲੋਕ ਸੰਗੀਤ ਚ ਘੋੜੀਆਂ ਗਾਈਆਂ ਨੇ ਉਸ ਨੂੰ ਵਡਹੰਸ ਰਾਗ, ਹੁਣ ਵਡਹੰਸ ਰਾਗ ਵੀ बहुत घट गाया जाता है और पंजाब की संगीत परंपरा का राग है। जी जी आपने शुरू में सॉरी आपकी बात काट दी थी, आपने एक बात की थी नोटेशन की, ठीक है ना, तो वो हमारा डिस्कशन भी पहले हो रहा था। डॉक्टर साहब से पूछेंगे इन्हां दा क्वेश्चन सीगा जे मैं ਉਹਦੇ ਵਿੱਚ ਕਲੀਅਰ ਕਰਦਾ ਕਿ ਜਿਹੜਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਵਿੱਚ ਪੰਡਿਤ ਵਿਸ਼ਨੂੰ ਦਗਮਰ ਪਲੁਸਕਰ ਤੇ ਵਿਸ਼ਨੂੰ ਨਾਰਾਇਣ ਭਾਖੰਡੇ ਨੇ ਲਿਪੀਆਂ ਬਣਾਈਆਂ ਕਿ ਇਦਾਂ ਦੀ ਕੋਈ ਲਿਪੀ ਸਾਡੇ ਗੁਰਮਤਿ ਸੰਗੀਤ ਦੇ ਵਿੱਚ ਵੀ ਡਿਵੈਲਪ ਹੋਈ ਜਾਂ ਕੋਈ ਪੁਰਾਣੀ ਪਰੰਪਰਾ ਦੇ ਤੋਂ ਹੀ ਤਹਿਤ ਚੱਲੀ ਆ? ਨੋਟੇਸ਼ਨ ਜਿਹੜੀ ਲਿਖਣ ਦਾ ਇੰਡੀਅਨ ਕਲਾਸਿਕਲ 뮤직 ਜਦੋਂ ਐਕੈਡੈਮਿਕ ਲੈਵਲ ਤੇ ਇਸ ਨੂੰ ਇੰਟਰੋਡਿਊਸ ਕੀਤਾ ਤੇ ਪੰਡਿਤ ਵਿਸ਼ਨੂੰ ਦਗਮਰ ਪਲੁਸਕਰ ਔਰ ਦੋਨਾਂ ਨੇ ਨੋਟੇਸ਼ਨ ਬਣਾਈ। ਜੀ ਜੀ ਐਟ ਦੈਟ ਟਾਈਮ ਉਹਨਾਂ ਤੋਂ ਪਹਿਲਾਂ ਗੁਰਮਤਿ ਸੰਗੀਤ ਦੇ ਵਿੱਚ ਵੀ ਕੁਝ ਲੋਕਾਂ ਨੇ ਇਸ ਦੀ ਐਫਰਟ ਕੀਤੀ। ਉਹਨਾਂ ਵਿੱਚ ਭਾਈ ਪ੍ਰੇਮ ਸਿੰਘ ਜੀ ਪਟਿਆਲਾ ਰਿਆਸਤ ਦੇ, ਉਹਨਾਂ ਦੀ ਬੁੱਕ ਛਪੀ ਹੋਈ ਹੈ। ਅੱਛਾ। ਭਾਈ ਵੀਰ ਸਿੰਘ ਜੀ ਨੇ ਇੱਕ ਐਕਚੁਅਲੀ ਕਿ 1958 ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਇਆ ਸੀ ਸਰਬ ਹਿੰਦ ਐਜੂਕੇਸ਼ਨਲ ਕਾਨਫਰੰਸ ਦੇ ਵਿੱਚ ਅੰਮ੍ਰਿਤਸਰ ਕਿ ਜਿਹੜਾ ਸਿੱਖ ਗੁਰਮਤਿ ਸੰਗੀਤ ਹੈ ਇਸ ਨੂੰ ਇੱਕ ਸਬਜੈਕਟ ਦੇ ਤੌਰ ਤੇ ਇੰਟਰੋਡਿਊਸ ਕੀਤਾ ਜਾਏ। 1958 ਮੇਰੇ ਬਰਥ ਤੋਂ 1 ਸਾਲ ਪਹਿਲਾਂ। ਉਸ ਤੋਂ ਬਾਅਦ ਕਦੇ ਐਫਰਟ ਨਹੀਂ ਹੋਇਆ, ਪਰ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਆਪਾਂ ਇਹ ਕਰੀਏ। ਬਹੁਤ ਕੰਮ ਕੀਤਾ ਸਾਡੇ ਬਜ਼ੁਰਗਾਂ ਨੇ, ਜਿੰਨੇ ਵੀ ਸਾਡੇ ਦੇਖੋ ਨਾ
ਭਾਈ ਵੀਰ ਸਿੰਘ ਜੀ, ਡਾਕਟਰ ਭਾਈ ਚਰਨ ਸਿੰਘ ਜੀ, ਉਹ ਕਹਿੰਦੇ ਕਿ ਆਪਾਂ ਗੁਰਮਤਿ ਸੰਗੀਤ ਪਰ ਹੁਣ ਤੱਕ ਮਿਲੀ ਖੋਜ ਨੂੰ ਇਕੱਠਾ ਕਰ ਲਈਏ। ਉਸ ਦੇ ਵਿੱਚ ਉਹਨਾਂ ਨੇ ਜਿੰਨੀ ਵੀ ਖੋਜ ਹੋਈ ਸੀ ਉਹਨਾਂ ਨੂੰ ਇਕੱਠਾ ਕਰਕੇ 5 ਜਿਹੜੀਆਂ ਪੁਸਤਕਾਂ ਨੇ ਉਹਦੇ ਵਿੱਚ ਉਹਨਾਂ ਨੇ ਕੰਪਾਈਲ ਕੀਤਾ। ਉਹਨਾਂ ਵਿੱਚੋਂ ਇੱਕ ਪੁਸਤਕ ਹੈ ਭਾਈ ਪ੍ਰੇਮ ਸਿੰਘ ਜੀ ਦੀ, ਔਰ ਉਹਨਾਂ ਨੇ ਆਪਣੀ ਨੋਟੇਸ਼ਨ ਬਣਾਈ ਜਿਹੜੀ ਡਿਫਰੈਂਟ ਹੈ ਫਰਮ ਇੰਡੀਅਨ 뮤직 ਦੇ ਵਿੱਚ ਵੀ ਦੋਹੇ ਨੋਟੇਸ਼ਨ ਪਪੂਲਰ ਹੋਈਆਂ ਨੇ, ਪਰ ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਲੋਕਾਂ ਨੇ ਐਫਰਟ ਕੀਤੀ ਹੈ ਅਗਰ ਇੰਡੀਅਨ ਨੋਟੇਸ਼ਨ 뮤직 ਸਿਸਟਮ ਦਾ ਅਸੀਂ ਅਧਿਐਨ ਕਰਦੇ ਹਾਂ ਤੇ। ਪਰ ਪੰਜਾਬ ਦੇ ਵਿੱਚ ਇਸ ਨੂੰ ਕੋਸ਼ਿਸ਼ ਕੀਤੀ ਔਰ ਉਸ ਨੂੰ ਹੁਣ ਅਸੀਂ ਡੀਕੋਡ ਨਹੀਂ ਕਰ ਸਕਦੇ, ਪਰ ਉਸ ਨੂੰ ਅਸੀਂ ਉਸ ਦੇ ਇਸ਼ਾਰੇ ਸਮਝ ਸਕਦੇ ਹਾਂ। ਔਰ ਉਹਨਾਂ ਨੇ 31 ਰਾਗ ਵੀ ਦਿੱਤੇ, ਉਸ ਕੰਪੋਜੀਸ਼ਨ ਵੀ ਕੀਤੀਆਂ ਔਰ ਬਹੁਤ ਕੰਮ ਕੀਤਾ ਪੰਜਾਬ ਦੇ ਵਿੱਚ। ਪਰ ਪੰਜਾਬ ਦੇਖੋ ਨਾ ਕਿ ਹੁਣ ਅਗਰ ਇੰਡੀਅਨ 뮤직 ਦੀ ਨੋਟੇਸ਼ਨ ਪੱਧਤੀ ਦਾ ਅਸੀਂ ਅਧਿਐਨ ਕਰਾਂਗੇ, ਉਸ ਪੰਜਾਬ ਦੀ ਜੋ ਐਫਰਟ ਹੋਏ ਨੇ ਉਸ ਜ਼ਿਕਰ ਹੀ नहीं है। मैं उसे इसी करके इसी सारी गल हो रही थी नवीन की नाम कहते भाई जब उन्होंने वो लिखी लिपियां लिखी और उन्होंने आपने बात कर रहे थे कि भाई 1901 में विष्णुदेव पलुस्कर जी ने लाहौर में गंधर्व महाविद्यालय की स्थापना की। ਉਹ ਤੋਂ ਪਹਿਲਾਂ ਜਦੋਂ ਉਹਨਾਂ ਨੇ ਸਾਰਾ ਕੁਝ ਕੰਪਾਈਲ ਕੀਤਾ ਤੇ ਇਹ ਲਿਪੀਆਂ ਲਿਖੀਆਂ ਤੇ ਪੰਜਾਬ ਦੇ ਜਿਹੜੇ ਰਾਗ ਹੈ ਉਹ ਉਹਨਾਂ ਨੇ ਐਡ ਕੀਤੇ। ਹਾਂ, ਉਹਨਾਂ ਨੇ ਇੱਕ ਰਾਗ ਉਹਨਾਂ ਨੇ ਇੱਕ ਤਾਂ ਜਿਹੜਾ ਹੈ ਕੇਦਾਰ ਦੇ ਵਿੱਚ, ਕੇਦਾਰ ਵਿੱਚ ਉਹਨਾਂ ਨੇ ਇੱਕ ਕੰਪੋਜੀਸ਼ਨ ਸਰਣੀ ਆਇਓ ਨਾਥ ਨਿਦਾਨ ਕਮੀ ਪੁਸਤਕ ਮਾਲਕਾ ਚ ਕੀਤੀ। ਔਰ ਪੰਡਿਤ ਵਿਸ਼ਨੂੰ ਦਿਗੰਬਰ ਪੁਰਸਕਾਰ ਨੇ ਵਿਦਿਆਲੇ ਇਸ ਕਰਕੇ ਖੋਲ੍ਹਿਆ ਸੀ ਕਿਉਂਕਿ ਇੱਥੇ ਪੰਜਾਬ ਦਾ 뮤직 ਬਹੁਤ ਰਿਚ ਸੀ। ਔਰ ਫਿਰ ਗੋਲਡਨ ਟੈਂਪਲ ਦੇ ਹਰਿਮੰਦਰ ਸਾਹਿਬ ਤਾਂ ਸਾਰੇ ਸੁਣਨ ਜਾਂਦੇ ਸੀ, ਉੱਥੇ ਵੱਡੇ ਵੱਡੇ ਰਬਾਬੀ ਕੀਰਤਨੀਆਂ ਕਰਦੇ ਸੀ। ਔਰ ਹੁਣ ਵੀ ਤੁਸੀਂ ਅਗਰ ਦੇਖੋ ਪੰਜਾਬ ਦੇ ਆਫਟਰ 47 ਜਿਹੜੇ ਰਬਾਬੀ ਕੀਰਤਨੀ ਉਧਰ ਚਲੇ ਗਏ, ਉਹਨਾਂ ਵਿੱਚੋਂ ਜਿੰਨੇ ਰਬਾਬੀ ਕੀਰਤਨੀਆਂ ਦੇ ਖਾਨਦਾਨ ਨੇ ਉਹ ਸਾਰੇ ਫਿਲਮ ਇੰਡਸਟਰੀ ਮਿਊਜ਼ੀਸ਼ੀਅਨ ਨੇ, 뮤직 ਕਰਦੇ ਨੇ। ਤਾਂ ਬਹੁਤ ਸਾਡੀ ਜਿਹੜੀ ਸਾਂਝ ਹੈ ਪੰਜਾਬ ਦੇ 뮤직 ਦੀ ਰਹੀ। ਐਕਚੁਅਲੀ ਕੀ ਹੈ ਕਿ ਹਿੰਦ ਤੇ ਪੰਜਾਬ ਦਾ ਜਿਹੜਾ ਸਿਲਸਿਲਾ ਹੈ ਨਾ ਉਹ ਦੂਰ, ਦਿੱਲੀ ਸਾਡੇ ਤੋਂ ਕਾਫੀ ਦੂਰ ਨਹੀਂ ਹੈ, ਇਸੇ ਕਰਕੇ ਉਹ ਦਿੱਲੀ ਦੇ ਵਿੱਚ ਸਾਡਾ ਜਿਹੜਾ 뮤직 ਹੈ ਉਹ ਗਿਆ ਹੀ ਨਹੀਂ ਪੰਜਾਬ ਤੋਂ। ਪੰਜਾਬ ਦਾ 뮤직 ਸੀ। ਅਸੀਂ ਇਹ ਚਾਹੁੰਦੇ ਹਾਂ ਕਿ ਇਹ ਦੇਖੋ ਅਗਰ ਅਸੀਂ ਹੋਰ ਜ਼ਿਆਦਾ ਅਸੀਂ ਅੱਗੇ ਵਧਣਾ। ਹੁਣ ਇਸ ਵੇਲੇ ਕੀ ਹੈ, ਮੈਂ ਕਾਨਫਰੰਸ ਵਿੱਚ ਪਿੱਛੇ ਸੁਣ ਰਿਹਾ ਸੀ ਤੇ ਇੱਕ ਸਾਡੇ ਰੁਬੀਨਾ ਜੀ ਆਏ ਔਰ ਉਹਨਾਂ ਨੇ ਜਿੰਨੇ ਸੋਰਸਿਸ ਕੋਟ ਕੀਤੇ ਉਹ ਪਾਕਿਸਤਾਨ ਦੇ ਉਹਨਾਂ ਦੇ ਸੋਰਸਿਸ ਕੋਟ ਕੀਤੇ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਸੀ ਕਿ ਅਗਰ ਅਸੀਂ ਕੋਈ ਐਸਾ ਪ੍ਰੋਜੈਕਟ ਕਰੀਏ ਜਿਸ ਦੇ ਵਿੱਚ ਜਿੰਨਾ ਗੁਰਬਾਣੀ ਤੇ ਕੰਮ ਹੋਇਆ ਦੋਹਾਂ ਹੀ ਪਾਸੇ ਹੋਇਆ, ਤਾਂ ਇਸੇ ਤਰ੍ਹਾਂ ਹੀ ਉਹ ਸਾਰੇ ਨੂੰ ਇਕੱਠਾ ਕਰਕੇ ਕਰਾਂਗੇ ਤੇ ਅਸੀਂ ਕਿੰਨਾ ਡਿਵੈਲਪ ਕਰਾਂਗੇ। 뮤직 ਦੇ ਵਿੱਚ ਤਾਂ ਅਜੇ ਕਿੰਨਾ ਕੰਮ ਹੋਣ ਵਾਲਾ ਹੈ। ਹੁਣ ਵੀ ਇਸ ਵੇਲੇ ਵੀ ਜਿੰਨੀਆਂ ਵੀ ਤੁਹਾਡੀਆਂ ਬੁੱਕਸ ਨੇ ਇੰਡੀਅਨ 뮤직 ਦੀਆਂ, ਆਈ ਐਮ ਸੌਰੀ ਟੂ ਸੇ, ਉਹ ਰਿਵਾਈਜ਼ ਨਹੀਂ ਕੀਤੀਆਂ ਜਾ ਰਹੀਆਂ। ਔਰ ਜੋ ਰੀਜਨਲ 뮤직 ਹੈ ਉਸ ਰੀਜਨਲ ਫਿਰ ਫਿਲਮ 뮤직 ਵਿੱਚ ਥੋੜਾ ਬਹੁਤਾ ਗਾ ਲਿਆ, ਕਦੇ ਕੋਈ ਇੱਕ ਦਾ Song ਆ ਗਿਆ, ਇਹਦੇ ਨਾਲ 뮤직 ਡਿਵੈਲਪ ਨਹੀਂ ਹੁੰਦਾ। ਸਾਡਾ ਬਹੁਤ ਐਨਰਿਚ ਹੈ 뮤직, ਬਹੁਤ ਅਮੀਰ ਆ ਸੀ, ਪਰ ਉਹ ਲੋਕਾਂ ਤੱਕ ਨਹੀਂ ਜਾ ਰਿਹਾ। ਉਹ ਉਸ 뮤직 ਨੂੰ ਜਿਹੜਾ ਖੇਤਰੀ 뮤직 ਹੈ, ਵੱਖ-ਵੱਖ ਲੋਕਾਂ ਦਾ 뮤직 ਹੈ, ਉਸ ਨੂੰ ਸਮਝਣ ਦੀ ਜ਼ਰੂਰਤ ਹੈ, ਉਸ ਨੂੰ ਪ੍ਰਚਾਰਨ ਦੀ ਜ਼ਰੂਰਤ ਹੈ। ਅਗਰ ਉਸ ਨੂੰ ਅਸੀਂ ਪ੍ਰਚਾਰਾਂਗੇ ਫਿਰ ਸਾਰੀ ਦੁਨੀਆ ਨੂੰ ਦੱਸਾਂਗੇ ਕਿ ਇਥੋਂ ਮਿਊਜ਼ਿਕੋਲੋਜੀ ਦੀ ਬਹੁਤ ਸਾਰੀ ਸਟੱਡੀ ਹੋ ਰਹੀ ਹੈ, ਪੰਜਾਬ ਦੀ ਕੋਈ ਜ਼ਿਕਰ ਹੀ ਨਹੀਂ ਹੁੰਦਾ। ਬਾਕੀ ਹੁਣ ਤੁਸੀਂ ਆਂਧਰਾ ਦਾ ਕਹੋਗੇ, ਬੰਗਾਲ ਦਾ ਕਹੋਗੇ, ਹੋਰਾਂ ਦਾ ਕਹੋਗੇ, ਇਹ ਕਿੰਨਾ 뮤직 ਹੈ ਸਾਡੇ ਕੋਲ ਜਿਹੜਾ ਪਿਆ ਹੈ, ਉਸ ਨੂੰ ਅਸੀਂ ਸਾਰੀ ਦੁਨੀਆ ਨੂੰ ਦੱਸੀਏ, ਫਿਰ ਪਤਾ ਲੱਗੇਗਾ। I think synchronization is needed. सारे synchronize करें। दो रिक्वेस्ट है, कमीशन ने करना होता है और वो कर नहीं रही। किसने करना होता है? जो हमारे सिखाते हैं ना यूनिवर्सिटीज में, उनको ही चाहिए। हाँ, पर वो नहीं करना, उनको करना है। पहले वो सर्टिफिकेट स्टडी करें, करेक्ट है ना। तो वो अगर किसी ने एक थीसिस एमफिल का या पीएचडी का वो ऐसे लिख भी दिया तो वही रह जाता है। जितनी देर तक वो डर रहा है, वैसे ही चल रहा है। अगर कोई बंगाल से आया तो उसको बंगाली म्यूजिक का, ये पंजाब से म्यूजिक आता है तो दिल्ली पढ़ने के लिए जाता है, तो वहां जाके कहते हैं हाँ भाई तू पंजाब वाला सारा भुल जा, जो तू गांदा सी, फोक गांदा सी, उसकी आवाज पंजाब दे म्यूजिक दी है। करेक्ट। उस कोल पंजाब दा म्यूजिक है, ਉਹਨੂੰ ਪੰਜਾਬ ਦਾ 뮤직 ਸਿਖਾਓ। ਤੁਸੀਂ ਆਪਣਾ ਕਲਾਸਿਕਲ 뮤직 ਵੀ ਸਿਖਾਓ, ਵੌਇਸ ਕਲਚਰ भी उसका करो, वॉइस कल्टीवेशन भी उसकी, वॉइस कल्टीवेशन वेरी बिग पॉइंट, करनी वॉइस चाहिए। कल्टीवेशन से तो सब कुछ होता है, लेकिन वो भी करनी चाहिए, लेकिन साथ में उसको उसका जो रीजनल म्यूजिक है वो भी, तो जो भी उसका टैलेंट है वो बाहर आना चाहिए। अब देखिए आप इंडियन आइडल, हमारे दोस्तों इंडियन आइडल वहाँ जो फर्स्ट आ जाते हैं हमारे बच्चे भी क्यों आ जाते हैं, वो ओरिजिनल गाते हैं, ओरिजिनल गाते हैं, उनमें ओरिजिनलिटी होती है, ठीक है ना, इसलिए वो फर्स्ट आ जाते हैं। और
बिल्कुल। ठीक है ना, जिसकी क्लासिकल बेस होना वही फर्स्ट ऐसे ऐसे बहुत से बच्चे जो हैं उनके वो जो उनका जो आर्ट है वो खत्म हो गया। ਖਤਮ ਜੀ ਇਹ ਸਾਰੇ ਦੇ ਲਈ ਹੈਗਾ ਜਿਹੜਾ ਸੁਣਨ ਵਾਲਾ सबके लिए। ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਸੀਗਾ ਤੇ ਮੈਨੂੰ ਜਿੰਨੀ ਕੁ ਬੁੱਧੀ ਸੀਗੀ ਉਸ ਵੇਲੇ ਮੈਂ ਇਹ ਆਨਸਰ ਦਿੱਤਾ ਆਪਣੇ ਉਸਤਾਦ ਸਾਹਿਬ ਨੂੰ ਜਿਹਨਾਂ ਤੋਂ ਮੈਂ ਤਬਲਾ ਸਿੱਖਦਾ ਸੀਗਾ ਤੇ ਉਸ ਵੇਲੇ ਟੀਵੀ ਸ਼ੁਰੂ ਹੋਏ ਸੀਗੇ आने भाई है ना हर जगह नहीं होते थे, तो हम तबला सीख रहे थे, अरे पड़ोसियों के घर देखते थे टीवी। हाँ, तो गुरुजी के यहाँ टीवी था, हम सब हमारी क्लास लगी हुई थी, तो गुरुजी ने टीवी ऑन किया तो हरमंदर साहब से दरबार साहब से कीर्तन शुरू हुआ। तो कीर्तन में जो शब्द गा रहे थे ना उस ਵੇਲੇ ਜਿਹੜੇ ਸ਼ਬਦ ਉਹ ਗਾ ਰਹੇ ਸੀਗੇ ਉਹ ਕਿਸੇ ਫਿਲਮੀ ਧੁਨ ਨਾਲ ਮਿਲਦਾ ਜੁਲਦਾ ਸੀਗਾ। तो गुरुजी ने वॉल्यूम कम किया और ये सही बात बता रहा हूँ, मुझे कहता है कि तो काका तुम कहते थे कि यार दरबार साहब में तो रागों की मर्यादा के अनुसार कीर्तन होता है, तो गाने गा रहे हैं। मैं कहा जी फिर उन्होंने असली कीर्तन सीखा नहीं, मैं सिर्फ मुझे इतनी नॉलेज नहीं थी, मैं तो छोटा ही सीखा, 14-15 साल उम्र होगी। मैंने कहा शायद उन्होंने जो शास्त्रीय संगीत वो शायद नहीं सीखा, इसलिए वो गाना ही गाएगा। ਤੇ ਸਾਡੇ ਗੁਰਮਤਿ ਸੰਗੀਤ ਦੇ ਵਿੱਚ ਜਾਂ ਹਿੰਦੁਸਤਾਨ ਦੇ ਸੰਗੀਤ ਦੇ ਵਿੱਚ ਪਰਿਪੱਕ ਹੋਣ ਲਈ ਸਾਡੇ ਇੱਕ ਕਲਾਸੀਕਲ ਕਿੰਨਾ ਜ਼ਿਆਦਾ ਜ਼ਰੂਰੀ ਹੈ। ਤੇ ਇਹ ਉਹਨਾਂ ਲੋਕਾਂ ਲਈ ਵੀ ਹੈ ਜਿਹੜੇ ਕਿ ਬਈ ਉਹ ਕਈ ਹੈਗੇ ਬੰਦੇ ਇਦਾਂ ਨੇ ਜਿਨ੍ਹਾਂ ਨੇ ਕਲਾਸੀਕਲ ਸਿੱਖਿਆ ਫਿਰ ਉਹ ਗਾਣੇ ਗਾਈ ਜਾਂਦੇ ਨੇ। ਦੇਖੋ ਮੇਰੀ ਗੱਲ ਇਹ ਹੈ ਕਿ ਇੱਕ ਆਪਾਂ ਟਰਮ ਕੱਢ ਲਈਏ ਕਲਾਸੀਕਲ 뮤직। ਹਾਂ ਜੀ, ਹੁਣ ਐਸਾ ਕੋਈ 뮤직 ਹੈ ਹੀ ਨਹੀਂ ਕਲਾਸੀਕਲ 뮤직। ਸੰਗੀਤ ਦਾ ਇੱਕ ਸ਼ਾਸਤਰ ਹੈ, ਸ਼ਾਸਤਰ ਜੀ, ਸੰਗੀਤ ਦੇ ਸ਼ਾਸਤਰ ਅਨੁਸਾਰ ਜਿਹੜਾ 뮤직 ਹੈ ਉਹਨੂੰ ਸ਼ਾਸਤਰੀ ਸੰਗੀਤ ਕਹਿੰਦੇ ਨੇ ਜੀ, ਠੀਕ ਹੈ। ਹੁਣ ਉਹ ਸ਼ਾਸਤਰੀ ਸੰਗੀਤ ਸਾਰਿਆਂ ਦੇ ਤਾਂ ਫਿੱਟ ਆ ਨਹੀਂ ਸਕਦਾ। वॉइस कल्टीवेशन करनी, आवाज को बनाना, दिस इज द मोस्ट इंपॉर्टेंट, वॉइस कल्टीवेशन। राग सीखना और दूसरा ਇਹ ਇੱਕ ਟ੍ਰੈਡੀਸ਼ਨ ਹੈ। ਹੁਣ ਜੋ ਅਸੀਂ ਸਿਲੇਬਸਾਂ ਦੇ ਵਿੱਚ ਪੜ੍ਹਾ ਰਹੇ ਹਾਂ, ਅਸੀਂ ਕਲਾਸੀਕਲ 뮤직 ਦੇ ਨਾਮ ਤੇ ਬਹੁਤ ਕੁਝ ਕਰ ਰਹੇ ਹਾਂ, ਠੀਕ ਹੈ। ਹੁਣ ਅਗਰ ਕਲਾਸੀਕਲ 뮤직 ਸਿੱਖਣਾ ਹੈ, ਤੁਸੀਂ ਸੰਗੀਤ ਦੇ ਸ਼ਾਸਤਰ ਦਾ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਅਗਰ ਸੰਗੀਤ ਦਾ ਸ਼ਾਸਤਰ ਸਿਖਾਉਣਾ ਹੈ, ਸਿਖਾਓ ਜੀ। ਸੰਗੀਤ ਦਾ ਸ਼ਾਸਤਰ ਸਿਖਾਉਣਾ ਹੈ, ਉਸ ਅਸੀਂ ਧਰੁਪਦ ਸਿਖਾਉਣਾ, ਧਰੁਪਦ ਸਿਖਾ ਦਿਓ। ਧਮਾਲ, ਖਿਆਲ ਜੋ ਵੀ ਸਿਖਾਉਣਾ, ਠੁਮਰੀ ਜੋ ਕਿਸੇ ਨੂੰ ਸਿਖਾਉਣਾ ਜੀ, ਉਹ ਸਿਖਾਓ। ਉਸ ਲਈ ਕੀ ਹੋਏਗਾ, ਧਰੁਪਦ ਲਈ ਵਾਇਸ ਕਲਟੀਵੇਸ਼ਨ ਅਲੱਗ ਹੋਏਗੀ, ਜੀ ਜੀ ਬਿਲਕੁਲ, ਠੁਮਰੀ ਲਈ ਅਲੱਗ ਹੋਏਗੀ, ਗਜ਼ਲ ਲਈ ਅਲੱਗ ਹੋਏਗੀ। ਹੁਣ ਅਗਰ ਮੈਂ ਟੀਚਰ ਹਾਂ, ਮੈਂ ਉਹਨੂੰ ਧਰੁਪਦ ਦੇ ਅਨੁਸਾਰ ਉਸ ਦੀ ਵਾਇਸ ਕਲਟੀਵੇਸ਼ਨ ਕਰ ਦਿਆਂਗਾ ਤੇ ਉਸ ਤੋਂ ਫਿਰ ਐਕਸਪੈਕਟ ਕਰਾਂਗਾ ਕਿ ਹੁਣ ਇਹ ਠੁਮਰੀ ਵੀ ਉਨੀ ਅੱਛੀ ਗਾਏ, ਲਾਈਟ 뮤직 ਵੀ ਉਨਾ ਅੱਛਾ ਗਾਏ, ਜ਼ਰੂਰੀ ਨਹੀਂ ਹੈ, ਠੀਕ ਹੈ ਨਾ। ਹੁਣ ਗੁਰਮਤਿ ਸੰਗੀਤ ਅਗਰ ਸਿੱਖਣਾ ਹੈ ਤਾਂ ਗੁਰਮਤਿ ਸੰਗੀਤ ਸਿੱਖੋ। ਇਸ ਲਈ ਜ਼ਰੂਰੀ ਨਹੀਂ ਕਿ ਤੁਸੀਂ ਇੰਡੀਅਨ ਕਲਾਸੀਕਲ 뮤직 ਸਿੱਖਣਾ, ਵਾਇਸ ਕਲਟੀਵੇਸ਼ਨ ਜ਼ਰੂਰੀ ਹੈ, ਰਾਗਦਾਰੀ ਦੀ ਸਮਝ ਜ਼ਰੂਰੀ ਹੈ। ਰਾਗ ਹੁਣ ਤੁਸੀਂ ਰਾਗ ਦਾ ਵਿਸਥਾਰ ਇਹ ਸਿੱਖਣਾ ਹੈ। ਇਸ ਕਰਕੇ ਸਾਨੂੰ ਇਹ ਅਲੱਗ ਕਰਨਾ ਪਏਗਾ, ਥੋੜਾ ਹੋਰ ਜ਼ਿਆਦਾ ਡਿਵੈਲਪ ਕਰਨੇ ਪੈਣਗੇ ਸਾਨੂੰ ਆਪਣੇ ਕਰਿਕੂਲਮ, ਸਾਡੇ ਆਪਣੇ ਸਿਲੇਬਸ ਔਰ ਸੋਚਣ ਦਾ ਤਰੀਕਾ ਕਿ ਅਸੀਂ ਉਸ ਨੂੰ ਬਣਾਉਣਾ ਕੀ ਹੈ, ਠੀਕ ਹੈ। ਇਸ ਲਈ ਨਹੀਂ ਕਿ ਮੈਂ ਇੱਕ ਜਿਹੜਾ ਸਟੂਡੈਂਟ ਹੈ ਸਾਡੇ ਕੋਲ 5 ਇਅਰਸ ਆਉਂਦਾ ਹੈ ਮੈਕਸਿਮਮ, ਤਾਂ 5 ਇਅਰਸ ਦੇ ਵਿੱਚ ਤਾਂ ਅਸੀਂ ਉਹਨੂੰ ਕਿੰਨਾ ਕੁ ਸਿਖਾ ਸਕਦੇ ਹਾਂ ਕਿ ਅਸੀਂ ਕੋਈ ਬਹੁਤ ਵੱਡਾ ਆਰਟਿਸਟ ਬਣਾ ਦਾਂਗੇ। ਪਰ ਅਸੀਂ ਅਗਰ ਉਸ ਨੂੰ ਦੇਖੀਏ ਕਿ ਉਹਦੇ ਵਿੱਚ ਨੈਚੁਰਲ ਟੈਲੈਂਟ ਕੀ ਹੈ ਤੇ ਉਹ ਬਣਨਾ ਕੀ ਚਾਹੁੰਦਾ, ਇਹ ਅੱਛੇ ਟੀਚਰ ਦੀ ਹੁੰਦੀ ਹੈ ਕਿ ਉਸ ਨੇ ਉਸ ਨੂੰ ਕੀ ਸਿਖਾਉਣਾ। ਹੁਣ ਅਗਰ ਉਸ ਦੇ ਵਿੱਚ ਅਗਰ ਉਸ ਕਲਾਸੀਕਲ 뮤직 ਦੇ ਵਿੱਚ ਚਲਾ ਗਿਆ, ਆਵਾਜ਼ ਉਸ ਦੀ ਫੋਕ ਵਾਲੀ ਹੈ ਜਾਂ ਲਾਈਟ 뮤직 ਵਾਲੀ ਹੈ, ਤਾਂ ਫਿਰ ਉਹ ਰਾਈਜ਼ ਨਹੀਂ ਕਰ ਸਕਦੇ, ਠੀਕ ਹੈ ਨਾ। ਇਸ ਲਈ ਮੇਰੀ ਬੇਨਤੀ ਇਹ ਹੈ ਕਿ ਕਲਾਸੀਕਲ 뮤직 ਵੀ ਸਿਖਾਓ। ਕਲਾਸੀਕਲ 뮤직 ਦੇ ਨਾਲ ਅਗਰ ਇਸ ਨੂੰ ਡਿਵੈਲਪ ਕਰਨਾ ਹੈ ਤੇ ਇਸ ਨੂੰ ਅਲੱਗ-ਅਲੱਗ ਸਟਰੀਮਸ ਦੇ ਤੌਰ ਤੇ ਡਿਵੈਲਪ ਕਰੀਏ ਕਿ ਉਸ ਦੀ ਵਾਇਸ ਕਲਟੀਵੇਸ਼ਨ ਅਲੱਗ ਹੋਵੇ। ਫਿਰ ਉਸ ਦਾ ਜਿਹੜਾ ਸੰਗੀਤ ਰਾਗਦਾਰੀ ਦੀ ਜਿਹੜੀ ਟ੍ਰੈਡੀਸ਼ਨ ਹੈ ਉਸ ਨੂੰ ਵੱਖਰੀ ਸਿਖਾਈ ਜਾਵੇ। ਉਸ ਦੇ ਵਿੱਚ 1 ਸਾਲ ਉਸ ਨੂੰ ਇੱਕ ਰਾਗ ਸਿਖਾ ਦਿਓ, ਇੱਕੋ ਰਾਗ ਸਿਖਾਓ, ਪਰ ਉਸ ਨੂੰ ਪੂਰੀ ਪ੍ਰੋਪਰ ਬਰਥ ਸਿਖਾਓ ਕਿ ਤੂੰ ਇਸ ਤਰ੍ਹਾਂ ਗਾਏਗਾ, ਕੱਲ ਨੂੰ ਜੇ ਤੂੰ ਖਿਆਲ ਗਾਣਾ ਤਾਂ ਇਸ ਤਰ੍ਹਾਂ ਗਾਏਗਾ, ਠੀਕ ਹੈ। ਅਗਰ ਧਮਾਰ ਹੈ, ਪਹਿਲੇ ਧਮਾਰ ਸਿਖਾਓ ਸ਼ੈਲੀ, ਉਸ ਵਿੱਚ ਉਸ ਨੂੰ ਪ੍ਰਪੱਕ ਕਰੋ। ਹੁਣ ਰੇਡੀਓ ਸਟੇਸ਼ਨ ਪ੍ਰਸਾਰ ਭਾਰਤੀ ਉੱਤੇ ਕਿੰਨੇ ਕੁ ਲੋਕ ਧਰੁਪਦ ਗਾਉਣ ਵਾਲੇ ਨੇ, ਕਿੰਨੇ ਕੁ ਲੋਕ ਧਮਾਰ ਗਾਉਣ ਵਾਲੇ ਨੇ, ਠੁਮਰੀ ਨੂੰ ਕਿੰਨਾ ਕੁ ਲੋਕ ਗਾ ਰਹੇ ਨੇ, ਜਿਹੜੇ ਚੁਣੇ ਗਾਣ। ਇਸੇ ਕਰਕੇ ਰਹਿ ਗਏ ਕਿ ਸਾਰੀਆਂ ਸਾਡੀਆਂ ਸ਼ੈਲੀਆਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਸਾਡੇ ਇਸ ਰਿਜਿਡਿਟੀ ਕਰਕੇ ਕਿ ਅਸੀਂ ਆਪਣੇ ਸਿਲੇਬਸ ਪ੍ਰੋਪਰਲੀ ਡਿਵੈਲਪ ਨਹੀਂ ਕਰ ਸਕੇ। ਹੁਣ ਗੁਰਮਤਿ ਸੰਗੀਤ ਦੇ ਵਿੱਚ ਵੀ ਇਹੀ ਹੋਏਗਾ। ਅਗਰ ਗੁਰਮਤਿ ਸੰਗੀਤ ਦੇ ਵਿੱਚ ਅਸੀਂ ਪ੍ਰੋਪਰਲੀ ਸਾਇੰਟੀਫਿਕਲੀ ਆਪਣੇ ਸਿਲੇਬਸ ਬਣਾ ਕੇ ਐਸੇ ਇੰਸਟੀਟਿਊਸ਼ਨ ਨਹੀਂ ਪੈਦਾ ਕਰਾਂਗੇ ਤੇ ਉਹ ਨਹੀਂ ਗਾਣਗੇ, ਸਿੰਗਿੰਗ ਸਟਾਈਲ ਨਹੀਂ ਗਾਣਗੇ, ਉਹ ਰਾਗ ਨਹੀਂ ਗਾਣਗੇ,
ਉਹ ਫਿਰ ਟਿਊਨਾਂ ਤੇ ਗਾਣਗੇ, ਕਿਉਂਕਿ ਐਸੇ ਇੰਸਟੀਟਿਊਸ਼ਨ ਮੈਂ ਕਿਸੇ ਕੀਰਤਨੀਏ ਦਾ ਦੋਸ਼ ਨਹੀਂ ਕਰਦਾ। ਕੀਰਤਨੀਆ ਆਪਣੇ ਕੀਰਤਨ ਦੇ ਸਾਡੇ ਬੱਚੇ ਨੇ ਬਹੁਤ ਸੁਰੀਲਾ ਗਾ ਰਹੇ ਨੇ, ਸਾਡੇ ਬੱਚੇ ਨੇ, ਕਿ ਮੈਂ ਟੀਚਰ ਬੋਲ ਰਿਹਾ, ਮੇਰੇ ਸਤਿਕਾਰਯੋਗ ਹੁੰਦੇ ਨੇ ਸਾਰੇ ਕੀਰਤਨੀਏ, ਦਰਬਾਰ ਸਾਹਿਬ ਦੇ ਕੀਰਤਨੀ ਬਹੁਤ ਸੁਰੀਲਾ ਗਾ ਰਹੇ ਨੇ, ਪਰ ਜਿੱਥੋਂ ਇੰਸਟੀਟਿਊਸ਼ਨ ਦੀ ਉਹ ਪ੍ਰੋਡਕਟ ਨੇ ਉੱਥੇ ਸਿਲੇਬਾਈ ਅੱਛੇ ਬਣਾਣੇ ਔਰ ਉਹਨਾਂ ਨੂੰ ਟ੍ਰੇਨਿੰਗ ਦੇਣੀ। ਉਹਨਾਂ ਨੂੰ ਤਾਂ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਦੇ ਦਿੱਤੇ ਉਸ ਇੰਸਟੀਚਿਊਟ ਨੂੰ। ਉਸ ਇੰਸਟੀਚਿਊਟ ਦਾ ਫਰਜ਼ ਹੈ ਕਿ ਉਹਨਾਂ ਨੂੰ ਰਾਗਾਂ 'ਚ ਸਿਖਾਏ ਔਰ ਗੁਰੂ ਗ੍ਰੰਥ ਸਾਹਿਬ ਦੇ ਰਾਗ ਸਿਖਾਏ, ਤਾਂ ਕਿ ਉਹ ਟਿਊਨ ਤੇ ਨਾ ਗਾਣ, ਉਹਨਾਂ ਕੋਲ ਇੰਨਾ ਭੰਡਾਰ ਹੋਵੇ ਕਿ ਉਹ ਗਾ ਵੀ ਰਹੇ ਨੇ। ਪਰ ਉਹਦੇ ਵਿੱਚ ਬਹੁਤ ਸਾਰੇ ਬਹੁਤਾਤ ਇਸ ਤਰ੍ਹਾਂ ਚੱਲਦੀ ਹੈ, ਅਲੱਗ-ਅਲੱਗ ਫਿਰ ਸਟ੍ਰੀਮਸ ਬਣ ਜਾਂਦੀਆਂ ਨੇ। ਹੁਣ ਗੁਰਮਤਿ ਸੰਗੀਤ ਬਹੁਤ ਜ਼ਿਆਦਾ ਇਸ ਦਾ ਪ੍ਰਚਾਰ ਪ੍ਰਸਾਰ ਹੈ ਵਰਲਡ ਓਵਰ। ਜਾਂਦੇ ਇੱਕ ਸਵਾਲ ਇੱਕ ਤੋਂ ਪਹਿਲਾਂ ਇੱਕ ਸਵਾਲ ਹੈਗਾ ਕਿ ਜਦੋਂ ਮਹਾਰਾਜ ਨੇ ਗੁਰਬਾਣੀ ਦੀ ਰਚਨਾ ਕੀਤੀ, ਉਸ ਵੇਲੇ ਦੀ ਜਿਹੜੀ ਗਾਇਨ ਸ਼ੈਲੀ ਸੀ ਜਾਂ ਪਰੰਪਰਾ ਸੀ, ਉਹ ਧਰੁਪਦ ਧਮਾਲ ਜਿਹੜੀ ਆਪਾਂ ਹੁਣ ਗੱਲ ਕਰ ਰਹੇ ਹਾਂ, ਉਸ ਵੇਲੇ ਸੀਗੀ। ਤੇ ਇਹ ਫਿਰ ਉਸ ਜੇ ਗੁਰਮਤਿ ਸੰਗੀਤ ਜਿਹੜੀ ਪਰੰਪਰਾ ਹੈਗਾ ਉਹਨੂੰ ਸਿਰਫ ਧਰੁਪਦ ਧਮਾਲ ਦੇ, ਕਿਉਂਕਿ ਉਸ ਵੇਲੇ ਉਹ ਡਿਵੈਲਪ ਹੋਈ ਸੀ ਜਾਂ ਉਸ ਵੇਲੇ ਲਿਖੀ ਗਈ ਸੀ ਬਾਣੀ ਰਚਨਾ ਹੋਈ ਸੀ, ਉਹਨੂੰ ਸਿਰਫ ਧਰੁਪਦ ਧਮਾਲ ਦੇ ਵਿੱਚ ਹੀ ਗਾ ਸਕਦੇ ਆ, ਜਾਂ ਹੁਣ ਅੱਜ ਕੱਲ੍ਹ ਜਿਹੜਾ ਆਪਾਂ ਖਿਆਲ ਦੇ ਵਿੱਚ ਵੀ ਉਹਨੂੰ ਕਨਵਰਟ ਕਰਕੇ ਗਾ ਰਹੇ ਹਾਂ? ਠੀਕ ਹੈ, ਕਿੰਨਾ ਠੀਕ ਹੈ, ਕਿੰਨਾ ਠੀਕ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਧਰੁਪਦ ਨਹੀਂ ਲਿਖਿਆ, ਨਹੀਂ ਖਿਆਲ ਨਹੀਂ, ਸ਼ੈਲੀ ਉੱਤੇ ਸੀ, ਸ਼ੈਲੀ ਨੂੰ ਵੱਖਰਾ ਰੱਖੋ। ਉਹ ਸ਼ੈਲੀ ਸੀ ਉਸ ਵੇਲੇ ਐਗਜ਼ਿਸਟ ਕਰਦੀ ਸੀ, ਉਸ ਵੇਲੇ ਗਾਉਣ ਦਾ ਸਟਾਈਲ ਜਿਹੜਾ ਧਰੁਪਦ ਅੰਗ ਦਾ ਸਟਾਈਲ, ਕਿਉਂਕਿ ਮੈਨੂੰ ਦੱਸਿਆ ਜਵਾਬ ਦੇ ਰਿਹਾ। ਮੈਂ ਗੁਰਮਤਿ ਸੰਗੀਤ ਦੇ ਤੌਰ ਤੇ ਗੁਰੂਜ਼ ਮਿਊਜ਼ਿਕ, ਗੁਰੂ ਗ੍ਰੰਥ ਸਾਹਿਬ ਨੂੰ ਸਟੱਡੀ ਕਰੋ ਔਰ ਸ਼ਬਦ ਕੀਰਤਨ ਨੂੰ ਸਟੱਡੀ ਕਰੋ, ਔਰ ਉਸ ਵਿੱਚ ਇਹ ਦੇਖੋ ਕਿ ਗੁਰੂ ਸਾਹਿਬ ਨੇ ਕੀ ਡਾਇਰੈਕਸ਼ਨ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਸ਼ਬਦ ਨੂੰ ਗਾਉਣ ਲਈ। ਹਰ ਸ਼ਬਦ ਦੇ ਨਾਲ ਉਹਨਾਂ ਨੇ ਕੁਝ ਨਾ ਕੁਝ ਐਸੇ ਡਾਇਰੈਕਟਿਵ ਸਾਨੂੰ ਦਿੱਤੇ ਨੇ, ਔਰ ਉਸ ਦਾ ਇੱਕ ਮਿਊਜ਼ੀਕੋਲੋਜੀਕਲ ਸਟਰਕਚਰ ਹੈ, ਉਸ ਦੇ ਮੁਤਾਬਕ ਸਾਨੂੰ ਗਾਣਾ ਚਾਹੀਦਾ, ਨਾ ਧਰੁਪਦ ਵਾਂਗੂ, ਨਾ ਧਮਾਲ ਵਾਂਗੂ, ਨਾ ਖਿਆਲ ਵਾਂਗੂ। ਹੁਣ ਗੁਰੂ ਸਾਹਿਬ ਨੇ ਇਹ ਠੀਕ ਹੈ ਕਿ ਉਸ ਵੇਲੇ ਮੈਡੀਵਲ ਪੀਰੀਅਡ ਦੇ ਵਿੱਚ ਧਰੁਪਦ ਸੀ, ਜਾਂ ਉਸ ਤੋਂ ਅੱਗੇ ਜਾਓਗੇ ਤਾਂ ਜੈਦੇਵ ਜੀ ਨੇ ਅਸ਼ਟਪਦੀ ਲਿਖੀ ਗੀਤ ਗੋਬਿੰਦ, ਉਹ ਵੀ ਬਾਣੀ ਦੇ 2 ਸ਼ਬਦ ਉਹਨਾਂ ਦੇ ਵਿੱਚ ਦਰਜ ਨੇ, ਤਾਂ ਅਸੀਂ ਪ੍ਰਬੰਧ ਗਾਇਨ ਉਹ ਕਿੱਥੋਂ ਲਿਆਵਾਂਗੇ? ਹੁਣ ਉਹ ਜਿਹੜਾ ਸੰਗੀਤ ਦਾ ਇੱਕ ਵਹਿੰਦਾ ਦਰਿਆ ਹੈ, ਇਸ ਵਿੱਚ ਇਨਫਲੂਐਂਸ ਵੀ ਰਹਿੰਦੇ ਆ। ਮੈਂ ਤੇ ਇੱਕ ਸੰਗੀਤ ਜੀਵੀ ਆ, ਤੇ ਮੈਂ ਤਾਂ ਸਾਰਾ ਸੰਗੀਤ ਸੁਣਦਾ, ਉਸ ਦਾ ਮੇਰੇ ਤੇ ਪ੍ਰਭਾਵ ਵੀ ਪੈਂਦਾ। ਜਦੋਂ ਉਸ ਦਾ ਮੇਰੇ ਤੇ ਪ੍ਰਭਾਵ ਪੈਂਦਾ ਤਾਂ ਮੈਂ ਉਹ ਪ੍ਰਭਾਵ ਤਾਂ ਕਬੂਲ ਹੀ ਰਿਹਾ ਹੁੰਦਾ ਆਪਣੀ ਗਾਇਕੀ ਦੇ ਵਿੱਚ। ਪਰ ਮੈਂ ਚਾਹੁੰਦਾ ਕਿ ਮੈਂ ਐਜ਼ ਸਟੂਡੈਂਟ ਆਫ ਗੁਰਮਤਿ ਸੰਗੀਤ ਮੈਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਮਿਊਜ਼ੀਕੋਲੋਜੀ ਦੇ ਅਕੋਰਡਿੰਗਲੀ ਗਾਉਣ ਦੀ ਕੋਸ਼ਿਸ਼ ਕਰਾਂ, ਔਰ ਉਸ ਵਿੱਚ ਜੋ ਮੇਰੇ ਰੋਲ ਮਾਡਲ ਨੇ ਪਿਛਲੇ ਕੀਰਤਨੀਏ ਨੇ, ਉਹਨਾਂ ਨੇ ਕੀਰਤਨ ਕੋਈ ਇੱਕ ਜੋ ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ, ਇਹ ਸੰਗੀਤ ਦੀ ਪਰੰਪਰਾ ਦੇ ਤੌਰ ਤੇ ਇੰਟਰੋਡਿਊਸ ਕਰ ਰਹੇ ਹੋ, ਪਰ ਇਹ ਹੈ ਨਹੀਂ ਪਰੰਪਰਾ, ਇਹ ਤਾਂ ਮੈਡੀਟੇਸ਼ਨ ਹੈ ਜੀ। ਹੁਣ ਜੇ ਤਾਂ ਮੈਡੀਟੇਸ਼ਨਲ ਲੈਵਲ ਦੇ ਉੱਤੇ ਕੀ ਕਰਾਂਗਾ ਮੈਂ, ਫਿਰ ਤੇ ਗੱਲ ਹੋਰ ਹੋਏਗੀ, ਉਹ ਕਿਸੇ ਨੂੰ ਖੁਸ਼ ਕਰਨ ਦੀ ਗੱਲ ਨਹੀਂ ਹੋਏਗੀ। ਪਰ ਤੁਸੀਂ ਜੋ ਹੈ ਤੁਹਾਨੂੰ ਸਾਰਾ ਐਜ਼ ਅ ਸਬਜੈਕਟ ਦੱਸੀ ਜਾਣਾ ਕਿ ਇੱਕ ਟ੍ਰੈਡੀਸ਼ਨ ਹੈ, ਅਲੱਗ ਟ੍ਰੈਡੀਸ਼ਨ ਹੈ, ਔਰ ਤੁਸੀਂ ਮੈਨੂੰ ਇਹ ਸਵਾਲ ਕਰੀ ਜਾਂਦੇ ਹੋ। ਐਕਚੁਅਲੀ ਇਹ ਹੈ ਨਹੀਂ, ਕੀਰਤਨ ਇੱਕ ਭਗਤੀ ਹੈ, ਪਰ ਭਗਤੀ ਦੇ ਲੈਵਲ ਤੇ ਅਗਰ ਅਸੀਂ ਇਹਨੂੰ ਕਰਾਂਗੇ, ਗਾਇਨ ਕਰਾਂਗੇ, ਤਾਂ ਫਿਰ ਇਹ ਕੋਈ ਸਧਾਰਨ ਸੰਗੀਤ ਪਰੰਪਰਾ ਨਹੀਂ ਰਹੇਗੀ। ਫਿਰ ਇਹ ਗੁਰੂ ਨਾਨਕ ਦਾ ਮਿਊਜ਼ਿਕ ਤਾਂ ਬਣੇਗਾ ਜੇ ਉਸ ਤਰੀਕੇ ਨਾਲ, ਪਰ ਉਹ ਜਿਹੜੀਆਂ ਮੈਲੋਡੀ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਗਾਇਆ, ਦੇਵਗੰਧਾਰੀ ਹੈ, ਜੈਜਾਵੰਤੀ ਹੈ, ਸਿਰੀ ਹੈ, ਮਾਝ ਹੈ, ਗੌੜੀ ਹੈ, ਰਸ ਹੈ, ਅਗਰ ਇਹਨੂੰ ਗਾਵਾਂਗੇ ਤਾਂ ਅਗਲੀ ਜਨਰੇਸ਼ਨ ਤੱਕ ਹੀ ਜਾਣਗੀਆਂ ਮੈਲੋਡੀਜ਼, ਨਹੀਂ ਤਾਂ ਲਿਖੀਆਂ ਰਹਿ ਜਾਣਗੀਆਂ। ਔਰ ਫਿਰ ਕਿਉਂ ਉਹਨਾਂ ਨੇ ਦਿੱਤਾ ਉੱਪਰ? ਸਿਰੀ ਦੇ ਅਲੱਗ ਸ਼ਬਦ ਨੇ, ਮਾਝ ਦੇ ਅਲੱਗ ਸ਼ਬਦ ਨੇ, ਗੌੜੀ ਦੇ ਅਲੱਗ ਸ਼ਬਦ ਨੇ, ਕੁਛ ਨਾ ਕੁਛ ਤਾਂ ਉਹਨਾਂ ਸੁਰਾਂ ਦੇ ਵਿੱਚ ਅਲੱਗ ਹੋਏਗਾ ਜੀ, ਉਹਨਾਂ ਦਾ ਕੋਈ ਅਲੱਗ ਉਹਨਾਂ ਦੀ ਨੇਚਰ ਹੋਏਗੀ, ਪ੍ਰਕਿਰਤੀ ਅਲੱਗ ਹੋਏਗੀ, ਪ੍ਰਭਾਵ ਅਲੱਗ ਹੋਏਗਾ, ਤਾਂ ਹੀ ਉਹਨਾਂ ਨੇ ਅਲੱਗ ਅਲੱਗ ਦਿੱਤੇ ਨੇ। ਪਰ ਅਗਰ ਕਬੀਰ ਜੀ ਲਿਖ ਰਹੇ ਨੇ, ਸੂਹੀ ਲਲਿਤ ਲਿਖ ਰਹੇ ਨੇ, ਸੂਹੀ ਲਲਿਤ 2 ਰਾਗਾਂ ਦਾ ਸੁਮੇਲ ਵਿੱਚ ਕਰ ਰਹੇ ਨੇ, ਗੌੜੀ ਮਾਝ ਲਿਖ ਰਹੇ ਨੇ, ਗੌੜੀ ਵਿੱਚ ਵੀ ਲਿਖ ਸਕਦੇ ਸੀ, ਤਾਂ ਗੌੜੀ ਮਾਝ ਕਿਉਂ ਲਿਖ ਦਿੱਤਾ? ਪ੍ਰਭਾਤੀ ਦੱਖਣੀ ਪ੍ਰਭਾਤੀ ਵਿਭਾਸ ਕਿਉਂ ਲਿਖ ਦਿੱਤਾ? ਵਿਭਾਸ ਪ੍ਰਭਾਤੀ, ਵਿਭਾਸ ਪ੍ਰਭਾਤੀ ਵਿਭਾਸ, ਫਿਰ ਕੁਝ ਸ਼ਬਦਾਂ ਤੇ ਕਰ ਦਿੰਦਾ ਵਿਭਾਸ ਪ੍ਰਭਾਤੀ। ਕੁਛ ਨਾ ਕੁਛ ਤਾਂ ਉਹ ਸਾਨੂੰ ਨਹੀਂ ਸਮਝ ਆ ਰਹੀ, ਅਸੀਂ ਉਹ ਡੀਕੋਡ ਨਹੀਂ ਕਰ ਪਾ ਰਹੇ, ਨਹੀਂ ਸਮਝ ਰਹੇ, ਤਾਂ ਸਾਡੀ ਬੁੱਧੀ ਹੈ। ਪਰ ਉਹਨਾਂ ਨੇ ਤਾਂ ਉਸ ਜਿਹੜਾ ਇਹ ਸਾਰਾ ਮੈਡੀਟੇਸ਼ਨਲ ਮਿਊਜ਼ਿਕ ਜਿਹੜਾ ਹੈ, ਸਪਿਰਿਚੁਅਲ ਮਿਊਜ਼ਿਕ ਹੈ, ਸੈਕਰਡ ਮਿਊਜ਼ਿਕ ਹੈ, ਡਿਵਾਈਨ ਮਿਊਜ਼ਿਕ ਹੈ, ਜੋ ਵੀ ਇਸ ਨੂੰ ਤੁਸੀਂ ਨਾਂ ਦਿੰਦੇ ਹੋ, ਉਸ ਦੇ ਲਈ ਇੱਕ ਖਾਸ ਸਟਰਕਚਰ ਬਣਾਇਆ। ਉਹ ਸਟਰਕਚਰ ਨੂੰ ਸਾਡੀ ਬੁੱਧੀ ਡੀਕੋਡ ਨਹੀਂ ਕਰ ਪਾ ਰਹੀ, ਔਰ ਅਸੀਂ ਜੁੜ ਨਹੀਂ ਰਹੇ। ਅਸੀਂ ਧਰੁਪਦ ਧਮਾਲ ਜਾਂ ਸ਼ੈਲੀਆਂ ਦੇ ਰੂਪ ਵਿੱਚ ਹੀ ਸਮਝ ਰਹੇ ਹਾਂ, ਸਾਨੂੰ ਹੋਰ ਜ਼ਿਆਦਾ ਇਹਦੇ ਨਾਲ ਜੁੜਨਾ ਹੋਵੇਗਾ। ਪਰ ਗੁਰੂ ਪਾਤਸ਼ਾਹ ਨੇ ਜਦੋਂ ਕੰਪੋਜੀਸ਼ਨ ਬਣਾਉਣੀ ਹੈ ਨਾ, ਤਾਂ ਉਹਨਾਂ ਨੇ ਉਸ ਦੇ ਵਿੱਚ
ਸਾਨੂੰ ਇਹ ਥੋੜੀ ਬਹੁਤੀ ਜਿਹੜੀ ਹੈ ਹੋਰ ਜ਼ਿਆਦਾ ਸਾਨੂੰ ਬਲੇਸਿੰਗ ਦੇ ਦਿੱਤੀ ਹੈ ਕਿ ਤੁਸੀਂ ਆਪਣੀ ਰੂਹਦਾਰੀ ਦੇ ਮੁਤਾਬਿਕ ਇਸ ਨੂੰ ਬਣਾ ਲਓ ਜੋ ਤੁਸੀਂ 뮤직 ਸਿੱਖਿਆ। ਇਸ ਕਰਕੇ ਤਾਂ ਕੋਈ ਕਿਸ ਤਰ੍ਹਾਂ ਗਾ ਰਿਹਾ ਕਿਸ ਤਰ੍ਹਾਂ ਗਾ ਰਿਹਾ ਕਿ ਸਾਰੇ ਹੀ ਪ੍ਰਵਾਨ ਹੋ ਰਿਹਾ, ਪਰ ਪ੍ਰਵਾਨ ਹੋ ਰਿਹਾ, ਸੁਣ ਵੀ ਸਾਰੇ ਰਹੇ ਨੇ, ਪਰ ਸਾਨੂੰ ਕਲੋਜ਼ੈਸਟ ਟੂ ਜਿਹੜਾ ਗੁਰੂ ਨਾਨਕ 뮤직, ਗੁਰੂ 뮤직 ਹੈ, ਉਹ ਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਤੇ ਜਿਹੜਾ ਗੀਤ ਨਾ ਗਾਓ ਬਿਰਹੜਾ ਜਿਹੜੀ ਲਾਈਨ ਹੈਗੀ ਤੇ ਉਹ ਇਸ ਗੁਰਮਤਿ ਸੰਗੀਤ ਨਾਲ ਉਹ ਇਹ ਨਹੀਂ ਕਿ ਗੀਤ ਵਾਂਗੂ, ਗੀਤ ਦਾ ਮਤਲਬ ਜਿਹੜਾ ਆਪਾਂ 뮤직 ਵਾਲੇ ਗੀਤ ਦੀ ਗੱਲ ਨਹੀਂ ਕਰ ਰਹੇ। ਗੀਤ ਤਾਂ ਲੋਕ ਜਾਣਾ ਹੈ, ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਹੈ। ਗੀਤ ਕੋਈ ਮਾੜੇ ਨਹੀਂ ਆਏ, ਗੀਤ ਗਾਇਨ ਦੀ ਗਾਇਨ ਕਰਨਾ ਹੈ ਨਾ, ਪਰ ਇਹਨੂੰ ਸਧਾਰਨ ਗੀਤ ਨਾ ਸਮਝੋ ਜੋ ਸਧਾਰਨ ਮਾਨਵੀ ਗੀਤ ਸੀਗਾ, ਉਹ ਨਹੀਂ। ਇਹ ਤਾਂ ਬ੍ਰਹਮ ਵਿਚਾਰ ਦੀ ਗੱਲ, ਬ੍ਰਹਮ ਵਿਚਾਰ ਦਾ ਹੈ। ਇੱਕ ਹੋਰ ਮੇਰਾ, ਕਿਉਂਕਿ ਕੋਈ ਚੀਜ਼ ਸਾਰੀ ਗੱਲਾਂ ਹੈਗੀ ਮੁਸ਼ਕਿਲ ਤਾਲ ਦਾ ਘਰ ਬਾਰੇ ਪੁੱਛੋ, ਘਰ ਬਾਰੇ। ਹਾਂ, ਤਾਂ ਉਹ ਪ੍ਰਿੰਸੀਪਲ ਗੁਰਦਿਆਲ ਸਿੰਘ ਜੀ ਨੇ ਲਿਖੀ ਨਹੀਂ ਬਈ ਘਰ ਦਾ ਰਿਲੇਟ ਕਰਦਾ ਹੈਗਾ ਤਾਲ ਦੇ ਨਾਲ। ਦੇਖੋ ਨੰਬਰ ਇੱਕ ਘਰ ਬਾਰੇ ਦੋ ਹੀ ਸਿਸਟਮ ਚੱਲਦੇ ਨੇ। ਕਹਿੰਦੇ ਨੇ ਕਿ ਗ੍ਰਾਮ ਮੂਰਛਨਾ ਸਵਰ ਦੇ ਨਾਲ ਸੰਬੰਧ ਹੈ, ਦੂਸਰੇ ਕਹਿੰਦੇ ਨੇ ਤਾਲ ਦੇ ਨਾਲ ਹੈ। ਇਹ ਸਟਿਲ ਅਜੇ ਇਸ ਤੇ ਰਿਸਰਚ ਨਹੀਂ ਹੋਈ, ਅਸੀਂ ਇਸ ਦੇ ਬਾਰੇ ਚ ਬਹੁਤ ਜ਼ਿਆਦਾ ਕੁਝ ਨਹੀਂ ਅਜੇ ਗੱਲ ਕਰ ਪਾਏ। ਇੱਕ ਤੀਸਰਾ ਮਤ ਵੀ ਆ ਗਿਆ। ਅੱਛਾ, ਉਹ ਕਹਿੰਦੇ ਨੇ ਕਿ ਸੰਗੀਤ ਨਾਲ ਇਸ ਦਾ ਸੰਬੰਧ ਹੈ ਹੀ ਨਹੀਂ। ਡਾਕਟਰ ਚੰਦ ਕੌਰ ਸਿੰਘ ਉਹ ਕਹਿੰਦੇ ਕਿ ਇਹ ਜਿਹੜਾ ਹੈ ਇਹ ਇਸ ਦੇ ਵਿਸ਼ਰਾਮ ਨਾਲ ਇਸ ਦਾ ਸੰਬੰਧ ਹੈ, ਉਹਨਾਂ ਨੇ ਉਸ ਨਾਲ ਜੋੜ ਦਿੱਤਾ। ਪਰ ਅਜੇ ਇਸ ਉੱਤੇ ਖੋਜ ਹੋਣੀ ਬਾਕੀ। ਮੈਂ ਆਪਣੇ ਥੀਸਿਸ ਵਿੱਚ ਜੋ ਦਿੱਤਾ ਸੀ ਉਹ ਮੈਨੂੰ ਇੱਕ ਕਿਤੋਂ ਕੋਟ ਮਿਲ ਗਿਆ ਸੀ ਕਿ ਇਰਾਨੀ ਤਾਲ ਪੱਤੀ ਦੇ ਵਿੱਚ ਇੱਕ ਗਾਹਾ ਸਿਸਟਮ ਹੋਇਆ ਕਰਦਾ ਸੀ। ਅਮੀਰ ਖੁਸਰੋ ਨੇ ਵੀ ਕੁਝ ਜਿਹੜੇ ਫਾਰਸੀ ਬਹਿਰ ਸੀ, ਇਹ ਤਾਂ ਤੁਸੀਂ ਤਬਲੇ ਦੇ ਉਸਤਾਦ ਹੋ, ਤੁਹਾਨੂੰ ਜਿਹੜਾ ਫਾਰਸੀ ਬਹਿਰ ਦੇ ਉੱਪਰ ਉਹਨਾਂ ਨੇ ਤਾਲ ਸਿਸਟਮ ਕੁਝ ਤਾਲ ਬਣਾਏ। ਅੱਛਾ, ਮੈਨੂੰ ਲਿਸਟ ਮਿਲੀ 17 ਤਾਲਾਂ ਦੀ, 17 ਤਾਲਾਂ ਜਿਹੜੇ ਫਾਰਸੀ ਬਹਿਰ ਤੋਂ ਬਣਾਏ ਗਏ। ਤੇ ਇਹਦੇ ਵਿੱਚ 17 ਘਰ ਤੱਕ ਹਾਂਜੀ ਘਰ 17 ਨੇ, ਮੈਂ ਕਹਿ ਨਹੀਂ ਸਕਦਾ ਪਰ ਮਹੱਤਤਾ ਨਾਲ ਕੀ ਹੋਈ ਹੈ। 17 ਤੇ 17 ਹੀ ਨੇ। ਅਗਰ ਮੈਂ ਤੇ ਇੱਕ ਸੰਗੀਤ ਵਿਗਿਆਨੀ ਆ ਨਾ, ਝੂਠ ਨਹੀਂ ਨਾ ਮਾਰ ਸਕਦਾ। ਪਰ ਗਾਹ ਕੀ ਹੁੰਦਾ? ਈਦਗਾਹ, ਚਰਾਗਾਹ, ਗਾਹ ਘਰ ਹੁੰਦਾ। ਫਿਰ ਤੁਸੀਂ ਕਹੋਗੇ ਤਾਂ ਉਹੀ ਘਰ ਆ, ਗਾਹ ਘਰ ਹੀ ਹੁੰਦਾ ਨਾ। ਤਾਂ ਗਾਹ ਘਰ, ਘਰ ਗਾਹ, ਘਰ ਇੱਕ, ਘਰ 17। ਇਹ ਮੈਂ ਦਿੱਤਾ ਸੀ ਕਿ ਇਹ ਰੈਫਰੈਂਸ ਮਿਲਦਾ ਹੈ, ਪਰ ਮੇਰੇ ਕੋਲ ਕੋਈ ਐਸਾ ਨਹੀਂ ਕਿ ਇਹੀ ਹੋ ਸਕਦਾ। ਉਸ ਵੇਲੇ ਕੋਈ ਐਸੇ ਤਾਲ 17 ਡਿਵੈਲਪ ਹੋਏ ਹੋਣ ਤੇ ਜਿਹੜੇ ਹੁਣ ਨਾ ਪ੍ਰਚਲਿਤ ਹੋਣ। ਸੰਗੀਤ ਦੀ ਇਸ ਵੈਦੀ ਦੁਨੀਆ ਦੇ ਵਿੱਚ, ਸੰਗੀਤ ਦੇ ਸਮੁੰਦਰ ਦੇ ਵਿੱਚ ਬਹੁਤ ਕੁਝ ਨਵਾਂ ਸਿਰਜਿਆ ਜਾਂਦਾ ਹੈ, ਬਹੁਤ ਕੁਝ ਅਲੋਪ ਵੀ ਹੋ ਜਾਂਦਾ ਹੈ। ਸੋ ਘਰ ਬਾਰੇ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਤੁਸੀਂ ਵੀ ਅਰਦਾਸ ਕਰੋ। ਮੈਂ ਤੇ ਬਹੁਤ, ਮੈਨੂੰ ਥੋੜਾ ਸਮਾਂ ਨਹੀਂ ਮਿਲ ਰਿਹਾ, ਜ਼ਿੰਦਗੀ ਹੈ ਵੀ ਬੜੀ ਥੋੜੀ, ਪਰ ਮੈਂ ਚਾਹੁੰਦਾ ਕਿ ਤੁਹਾਡੇ ਵਰਗੇ ਤਾਲ ਵਾਲੇ ਲੋਕ, ਜਿਹੜੇ ਪੋਇਟਰੀ ਨੂੰ, ਪਿੰਗਲ ਨੂੰ ਸਮਝਣ ਵਾਲੇ ਲੋਕ ਨੇ, ਉਹ ਇਕੱਠੇ ਬੈਠਣ, ਗੁਰਬਾਣੀ ਦੇ ਗਿਆਤਾ ਲੋਕ ਇਕੱਠੇ ਬੈਠਣ। ਔਰ ਇੱਕ ਵੱਡਾ ਪੰਥਕ ਮਸਲਾ ਵੀ ਹੈ ਕਿ ਸਾਨੂੰ ਇਹ ਖੋਜ ਲੈਣਾ ਚਾਹੀਦਾ ਹੈ ਤੇ ਸਾਂਝੇ ਤੌਰ ਤੇ ਇਸ ਬਾਰੇ ਖੋਜ ਕਰਨੀ ਚਾਹੀਦੀ ਹੈ ਕਿ ਘਰ ਹੈ ਕੀ ਹੈ ਉਹ, ਤਾਂ ਕਿ ਅਸੀਂ ਹਰ ਵਾਰੀ ਮੈਂ ਹੀ ਖੁਦ ਪਿਛਲੇ 30-35 ਸਾਲ ਤੋਂ ਤਾਂ ਮੈਂ ਹੀ ਕਹਿ ਦੇਣਾ ਕਿ ਖੋਜ ਦਾ ਮੁਹਤਾਜ ਵਿਸ਼ਾ ਹੈ, ਅਜੇ ਇਸ ਤੇ ਖੋਜ ਨਹੀਂ ਹੋਈ। ਸੋ ਵਾਹਿਗੁਰੂ ਕਿਰਪਾ ਕਰੇ ਕਿ ਮੈਂ ਇਸ ਤੇ ਖੋਜ ਕਰ ਸਕਾਂ, ਤੁਸੀਂ ਖੋਜ ਕਰ ਸਕੋ ਤੇ ਸਾਰੇ ਰਲ ਕੇ ਇਸ ਤੇ ਖੋਜ ਕਰੀਏ ਤਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਣਗੌਲਿਆ ਪੱਖ ਹੈ ਉਹ ਔਰ ਵਾਰੀ ਮੁਖ ਤੇ ਔਰ ਵਾਰੀ ਮੁਖ ਤੇ ਗਜਮਟ ਦੇ ਹਰੇ
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ बहुत धन्यवाद ਅਸੀਂ- थैंक यू वेरी मच फॉर कमिंग ऑन आवर शो ਸਾਡੀ ਸਾਡੀ ਦੁਆ ਹੈਗੀ ਹੈ ਬਈ ਤੁਸੀਂ ਸੱਚੇ ਪਾਤਸ਼ਾਹ ਤੁਹਾਨੂੰ ਸ਼ੁਕਰੀਆ, ਸਿਹਤ ਤੇ ਸ਼ੁਕਰੀਆ, ਬਖਸ਼ੇ ਤੇ ਸ਼ੁਕਰੀਆ, ਤੁਸੀਂ ਇਸੇ ਸ਼ੁਕਰੀਆ। ਤਰੀਕੇ ਨਾਲ ਸੰਗੀਤ ਦੀ ਸੇਵਾ ਕਰਦੇ ਰਹੋ ਬਹੁਤ ਕੰਮ ਕੀਤਾ ਤੁਸੀਂ ਹਾਲੇ ਵੀ ਜਦੋਂ ਤੁਸੀਂ ਕਹਿੰਦੇ ਕਿ ਵੀ ਹੋਰ ਕਾਫੀ ਕੰਮ ਕਰਨਾ ਬਾਕੀ ਹੈਗਾ ਤੇ ਅਸੀਂ ਚਾਹਾਂਗੇ ਕਿ ਵੀ ਜੇ ਅਸੀਂ ਵੀ ਕਿਸੇ ਹਿੱਸਾ ਬਣ ਸਕੇ ਦੋਵੇਂ ਭਰਾ ਜੀ, ਜੀ, ਤੇ ਉਹਦੇ ਵਿੱਚ ਜ਼ਰੂਰ ਬਹੁਤ ਬਹੁਤ ਸਾਡੇ ਸ਼ੁਕਰਗੁਜ਼ਾਰ। ਵੱਲੋਂ ਕੋਸ਼ਿਸ਼ ਰਹੇਗੀ I'm ਤੇ thankful to your channel कि आपने मुझे थैंक यू ये अवसर दिया। ਇਹ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਨਾ ਚਾਹਾਂਗੇ ਤੁਹਾਨੂੰ ਤੁਸੀਂ ਟਾਈਮ ਦਿੱਤਾ ਸਾਨੂੰ ਬੜਾ ਮੁਸ਼ਕਿਲ ਸੀਗਾ ये गुरु की बात आप सभी लोगों तक पहुंचा रहे हैं। बिल्कुल ਥੈਂक ਯੂ ਸੋ ਮਚ ਥੈਂक यू थैंक यू वेरी मच खालसा। ਫਤਿਹ ਜੀ